ਸਾਰੇ ਹੀ ਵਿਦਿਆਰਥੀਆਂ ਨੂੰ ਸਤਿ ਸ੍ਰੀ ਅਕਾਲ। ਅੱਜ ਅਸੀਂ ਜਮਾਤ 7ਵੀਂ ਪਾਠ 1 ਟਾਈਪਿੰਗ ਟਿਊਟਰ ਬਾਰੇ ਸਮਝਾਂਗੇ ਕਿ ਟਾਈਪਿੰਗ ਟਿਊਟਰ ਕੀ ਹੈ ਤੇ ਇਹ ਕਿਸ ਤਰ੍ਹਾਂ ਸਾਡੇ ਲਈ ਫਾਇਦੇਮੰਦ ਹੋ ਸਕਦਾ ਹੈ। ਸਭ ਤੋਂ ਪਹਿਲਾਂ ਸਾਡੇ ਕੋਲ ਦਿੱਤਾ ਹੋਇਆ ਹੈ ਜਾਣ ਪਛਾਣ। ਅਸੀਂ ਇਸ ਬਾਰੇ ਸਮਝਾਂਗੇ ਕਿ ਟੱਚ ਟਾਈਪਿੰਗ ਕੀ ਹੈ ਅਤੇ ਕਿਸ ਲਈ ਇਸ ਦੀ ਵਰਤੋਂ ਕੀਤੀ ਜਾਂਦੀ ਹੈ। ਮੈਂ ਤੁਹਾਨੂੰ ਪਹਿਲਾ ਪੁਆਇੰਟ ਪੜ੍ਹ ਕੇ ਦੱਸਦਾ ਹਾਂ। ਇਸ ਪਾਠ ਵਿੱਚ ਅਸੀਂ ਟਾਈਪਿੰਗ ਵਿੱਚ ਮੁਹਾਰਤ ਹਾਸਲ ਕਰਨ ਦੇ ਤਰੀਕੇ ਸਿੱਖਾਂਗੇ। ਇਸ ਦੇ ਨਾਲ ਹੀ ਅਸੀਂ ਕੀਬੋਰਡ ਦੀ ਸਹੀ ਵਰਤੋਂ ਕਰਨੀ ਅਤੇ ਕੀਬੋਰਡ ਉੱਤੇ ਉਂਗਲਾਂ ਦੀ ਸਥਿਤੀ ਬਾਰੇ ਵੀ ਜਾਣਕਾਰੀ ਹਾਸਲ ਕਰਾਂਗੇ। ਟਾਈਪਿੰਗ ਟਿਊਟਰ ਇੱਕ ਪ੍ਰੋਗਰਾਮ ਹੈ ਜਿਸ ਰਾਹੀਂ ਅਸੀਂ ਟੱਚ ਟਾਈਪਿੰਗ ਕਰਨਾ ਸਿੱਖਦੇ ਹਾਂ। ਪਿਆਰੇ ਵਿਦਿਆਰਥੀਓ, ਅਸੀਂ ਪੜ੍ਹਿਆ ਕਿ ਟੱਚ ਟਾਈਪਿੰਗ ਕੀ ਹੈ। ਟੱਚ ਟਾਈਪਿੰਗ ਦੀ ਵਰਤੋਂ ਅਸੀਂ ਇਸ ਲਈ ਕਰਦੇ ਹਾਂ ਕਿ ਅਸੀਂ ਬਿਨਾਂ ਕੀਬੋਰਡ ਤੇ ਦੇਖੇ ਅਸੀਂ ਟਾਈਪਿੰਗ ਕਰ ਸਕਦੇ ਹਾਂ। ਤੁਸੀਂ ਦੇਖ ਰਹੇ ਹੋ ਕਿ ਨੀਚੇ ਸਾਨੂੰ ਕੀਬੋਰਡ ਦਾ ਲੇਆਊਟ ਦਿੱਤਾ ਹੋਇਆ ਹੈ। ਕੀਬੋਰਡ ਨੂੰ ਦੋ ਭਾਗਾਂ ਦੇ ਵਿੱਚ ਵੰਡਿਆ ਗਿਆ ਹੈ। ਇਹ ਲਾਈਟ ਗ੍ਰੀਨ ਪਾਰਟ ਜੋ ਤੁਹਾਨੂੰ ਦਿਖ ਰਿਹਾ ਹੈ, ਇਸ ਨੂੰ ਅਸੀਂ ਖੱਬਾ ਭਾਗ ਕਹਿ ਸਕਦੇ ਹਾਂ। ਜੋ ਪਰਪਲ ਜਾਂ ਬੈਂਗਨੀ ਪਾਰਟ ਤੁਹਾਨੂੰ ਦਿਖ ਰਿਹਾ ਹੈ, ਇਸ ਨੂੰ ਅਸੀਂ ਸੱਜਾ ਭਾਗ ਕਹਿ ਸਕਦੇ ਹਾਂ। ਤੁਸੀਂ ਦੇਖ ਸਕਦੇ ਹੋ ਕਿ ਕੀਬੋਰਡ ਦੇ ਵਿੱਚ ਸਾਡੇ ਕੋਲ ਜੋ ਮੇਨ ਅਲਫਾਬੈਟਿਕ ਕੀਜ਼ ਹਨ, ਜਿਵੇਂ ASDFGHJKL ਸੈਮੀਕੋਲਨ, ਇਸ ਰੋ ਨੂੰ ਅਸੀਂ ਹੋਮ ਕੀ ਕਹਿੰਦੇ ਹਾਂ। ਹੁਣ ਅਸੀਂ ਸਿੱਖਾਂਗੇ ਕਿ ਅਸੀਂ ਇਸ ਹੋਮ ਰੋ ਉੱਤੇ ਕਿਸ ਤਰ੍ਹਾਂ ਉਂਗਲਾਂ ਨੂੰ ਰੱਖਣਾ ਹੈ ਸੋ ਦੈਟ ਕਿ ਅਸੀਂ ਟਾਈਪਿੰਗ ਨੂੰ ਆਸਾਨੀ ਨਾਲ ਕਰ ਸਕੀਏ। ਤੁਸੀਂ ਦੇਖ ਰਹੇ ਹੋ ਇਸ ਡਾਇਗ੍ਰਾਮ ਵਿੱਚ ਸਾਨੂੰ ਇੱਕ ਸਰਕਲ ਕੀਤੀ ਲਾਈਨ ਨਜ਼ਰ ਆ ਰਹੀ ਹੈ, ਜਿਸ ਵਿੱਚ ASDFG, ਇਸੇ ਤਰ੍ਹਾਂ ਹੀ HJKL ਸੈਮੀਕੋਲਨ, ਇਸ ਨੂੰ ਅਸੀਂ ਹੋਮ ਰੋ ਕਹਿੰਦੇ ਹਾਂ। ਤੁਸੀਂ ਦੇਖ ਰਹੇ ਹੋ ਕਿ ਸਾਨੂੰ ਕੁਝ ਉਂਗਲਾਂ ਦੀ ਸਥਿਤੀ ਦਿੱਤੀ ਗਈ ਹੈ, ਖੱਬਾ ਹੱਥ ਅਤੇ ਸੱਜਾ ਹੱਥ। ਹੁਣ ਖੱਬਾ ਹੱਥ ਅਤੇ ਸੱਜਾ ਹੱਥ ਕਿਸ ਤਰ੍ਹਾਂ ਪ੍ਰਯੋਗ ਕਰਨਾ ਹੈ ਕਿ ਅਸੀਂ ਟਾਈਪਿੰਗ ਨੂੰ ਤੇਜ਼ ਰਫ਼ਤਾਰ ਨਾਲ ਕਰ ਸਕੀਏ ਤੇ ਸਾਨੂੰ ਕੀਬੋਰਡ ਨੂੰ ਦੇਖਣ ਦੀ ਵੀ ਜ਼ਰੂਰਤ ਨਾ ਪਵੇ। ਹਰ ਇੱਕ ਉਂਗਲ ਲਈ ਇੱਕ ਖਾਸ ਜਿਹੜੀ ਸਥਿਤੀ ਹੈ। ਤੁਸੀਂ ਦੇਖ ਰਹੇ ਹੋ ਕਿ ਖੱਬੇ ਹੱਥ ਦੀ ਸਭ ਤੋਂ ਜਿਹੜੀ ਛੋਟੀ ਉਂਗਲ, ਜਿਸ ਨੂੰ ਅਸੀਂ ਚੀਚੀ ਉਂਗਲ ਵੀ ਕਹਿੰਦੇ ਹਾਂ, ਜਿਵੇਂ ਉਹ A ਤੇ ਹੈ। ਅਗਲੀ ਜਿਹੜੀ ਹੈ ਸੈਕਿੰਡ ਹੈ ਰਿੰਗ ਫਿੰਗਰ, ਜੋ S ਤੇ ਹੈ। ਨੈਕਸਟ ਹੈ ਮਿਡਲ ਫਿੰਗਰ, ਖੱਬੇ ਹੱਥ ਦੀ ਮਿਡਲ ਫਿੰਗਰ, ਉਹ D ਤੇ ਹੈ। ਤੇ ਆਪਣੇ ਇੰਡੈਕਸ ਫਿੰਗਰ ਖੱਬੇ ਹੱਥ ਦੀ ਉਹ F ਤੇ ਹੈ। ਇਸੇ ਤਰ੍ਹਾਂ ਹੀ ਅਗਰ ਜੇ ਅਸੀਂ ਸੱਜੇ ਹੱਥ ਦੀ ਸਥਿਤੀ ਬਾਰੇ ਜਾਣਨਾ ਚਾਹੁੰਦੇ ਹਾਂ ਤੇ ਸਭ ਤੋਂ ਛੋਟੀ ਉਂਗਲ ਸੈਮੀਕੋਲਨ ਤੇ, ਰਿੰਗ ਫਿੰਗਰ L ਤੇ, ਮਿਡਲ ਫਿੰਗਰ K ਤੇ ਅਤੇ ਇੰਡੈਕਸ ਫਿੰਗਰ J ਤੇ। ਪਿਆਰੇ ਵਿਦਿਆਰਥੀਓ, ਤੁਹਾਨੂੰ ਇਸ ਦੀ ਸਥਿਤੀ ਬਾਰੇ ਚੰਗੀ ਤਰ੍ਹਾਂ ਜਾਣਨਾ ਬਹੁਤ ਜ਼ਰੂਰੀ ਹੈ, ਕਿਉਂਕਿ ਅਗਰ ਇਸ ਦੀ ਪੋਜੀਸ਼ਨ ਗਲਤ ਹੋਏਗੀ ਤੇ ਟਾਈਪਿੰਗ ਕਰਨਾ ਮੁਸ਼ਕਿਲ ਹੋਏਗਾ। ਆਓ ਇਸ ਦੀ ਇੱਕ ਪ੍ਰੈਕਟੀਕਲ ਉਦਾਹਰਨ ਕਰਕੇ ਤੁਹਾਨੂੰ ਸਮਝਾਉਣਾ ਹਾਂ। ਅਸੀਂ ਕੀ ਕਰ ਸਕਦੇ ਹਾਂ, ਆਪਣੇ ਕੰਪਿਊਟਰ ਤੇ ਕੋਈ ਵੀ ਨੋਟਪੈਡ ਜਾਂ ਫਿਰ ਵਰਡਪੈਡ ਜਾਂ ਫਿਰ MS ਵਰਡ ਸੌਫਟਵੇਅਰ ਓਪਨ ਕਰ ਲੈਂਦੇ ਹਾਂ। ਤੁਸੀਂ ਦੇਖੋਗੇ ਕਿ ਮੈਂ ਇਸ ਤੇ ਟਾਈਪਿੰਗ ਕਰ ਰਿਹਾ ਹਾਂ। ਮੈਂ ਆਪਣੀ ਉਂਗਲਾਂ ਦੀ ਸਥਿਤੀ ਰੱਖ ਲਈ ਹੈ। ਆਪਣੀ ਜਿਹੜੀ ਇੰਡੈਕਸ ਫਿੰਗਰ ਹੈ ਖੱਬੇ ਹੱਥ ਦੀ, ਉਹ ਤੁਸੀਂ F ਤੇ ਰੱਖਣੀ ਹੈ ਅਤੇ ਇੰਡੈਕਸ ਫਿੰਗਰ ਜਿਹੜੀ ਸੱਜੇ ਹੱਥ ਦੀ ਉਹ J ਤੇ ਰੱਖਣੀ ਹੈ। ਤੇ ਨਾਲ ਹੀ ਆਪਣੀਆਂ ਤਿੰਨ ਉਂਗਲਾਂ ਦੀ ਜਿਹੜੀ ਖੱਬੇ ਹੱਥ ਦੀ ASD ਤੇ ਇਸੇ ਤਰ੍ਹਾਂ ਹੀ ਸੱਜੇ ਹੱਥ ਦੀ ਸੈਮੀਕੋਲਨ LK J ਤੇ ਰੱਖਣੀ ਹੈ। ਹੁਣ ਦੇਖੋ, ਅਸੀਂ ਇਸ ਤਰ੍ਹਾਂ ਪ੍ਰੈਕਟਿਸ ਕਰ ਸਕਦੇ ਹਾਂ। ASDF, ਫਿਰ ਸੱਜੇ ਹੱਥ ਤੋਂ ਸੈਮੀਕੋਲਨ LKJ, ਫਿਰ ਸਪੇਸ ਬਾਰ ਤੁਸੀਂ ਜਿਹੜਾ ਆਪਣੇ ਸੱਜੇ ਹੱਥ ਦੇ ਅੰਗੂਠੇ ਨਾਲ ਪ੍ਰੈਸ ਕਰ ਸਕਦੇ ਹੋ। ਫਿਰ ਲਿਖਦੇ ਹਾਂ ASDF ਸੈਮੀਕੋਲਨ LKJ। ਇਸ ਤਰ੍ਹਾਂ ਅਸੀਂ ਆਪਣੇ ਨੋਟਪੈਡ ਤੇ ਜਾਂ MS ਵਰਡ ਤੇ ਟਾਈਪਿੰਗ ਦੀ ਪ੍ਰੈਕਟਿਸ ਕਰ ਸਕਦੇ ਹਾਂ। ਇਸ ਤਰ੍ਹਾਂ ਅਸੀਂ ਤੇਜ਼ੀ ਨਾਲ ਵੀ ਕਰ ਸਕਦੇ ਹਾਂ। ਇਸ ਨਾਲ ਅਸੀਂ ਬਿਨਾਂ ਕੀਬੋਰਡ ਤੋਂ ਦੇਖੇ ਟਾਈਪਿੰਗ ਕਰ ਸਕਦੇ ਹਾਂ। ਨੈਕਸਟ ਅਸੀਂ ਦੇਖਦੇ ਹਾਂ। ਪਿਆਰੇ ਬੱਚਿਓ, ਇਸ ਦਾ ਤੁਸੀਂ ਧਿਆਨ ਰੱਖਣਾ ਹੈ ਕਿ ਇਸ ਨੂੰ ਅਸੀਂ ਹੋਮ ਰੋ ਕਹਿੰਦੇ ਹਾਂ।
ਹਾਂਜੀ ਪਿਆਰੇ ਵਿਦਿਆਰਥੀਓ, ਦੇਖੋ ਅਸੀਂ ਹੁਣ ਆਪਣੀ ਸਕਰੀਨ ਤੇ ਦੇਖ ਰਹੇ ਹਾਂ ਕਿ ਸਾਡੇ ਕੋਲ ਇੱਕ ਪੈਟਰਨ ਦਿੱਤਾ ਹੋਇਆ ਹੈ। ਇਹ ਪੈਟਰਨ ਹੋਮ ਰੋ ਦਾ ਹੈ, ਜਿਸ ਵਿੱਚ ਸਾਨੂੰ ਕੁਝ ਬਟਨਸ ਦਾ ਪੈਟਰਨ ਦਿੱਤਾ ਹੈ, ਜਿਸ ਵਿੱਚ ਹੈ ASDF G ਤੇ ਸੱਜੇ ਹੱਥ 'ਚ ਹੈ ਸੈਮੀਕੋਲਨ LKJH। ਹੁਣ ਦੇਖ ਰਹੇ ਹੋ ਤੁਸੀਂ ਕਿ F ਅਤੇ G ਦੋਨੋਂ ਸੇਮ ਕਲਰ 'ਚ ਦਿੱਤੇ ਹਨ। ਇਸੇ ਤਰ੍ਹਾਂ ਹੀ ਸੱਜੇ ਹੱਥ ਦੇ ਅਗਰ ਜੇ ਪੈਟਰਨ ਨੂੰ ਦੇਖੀਏ ਤੇ ਉਹਦੇ ਵਿੱਚ H ਅਤੇ J ਦੋਨੋਂ ਸੇਮ ਕਲਰ ਦੇ ਵਿੱਚ ਦਿੱਤੇ ਹਨ। ਇਹ ਸੇਮ ਕਲਰ ਵਿੱਚ ਕਿਉਂ ਦਿੱਤੇ ਹਨ, ਉਸ ਦਾ ਇੱਕ ਕਾਰਨ ਹੈ ਕਿ F ਅਤੇ G ਤੁਸੀਂ ਖੱਬੇ ਹੱਥ ਦੇ ਇੰਡੈਕਸ ਫਿੰਗਰ ਦੇ ਨਾਲ ਹੀ ਪ੍ਰੈਸ ਕਰਨੇ ਹਨ। ਖਾਸ ਧਿਆਨ ਇਸ ਵਿੱਚ ਦੇਣ ਦੀ ਲੋੜ ਇਹ ਹੈ ਕਿ ਤੁਸੀਂ ਆਪਣੀ ਜਿਹੜੀ ਸਭ ਤੋਂ ਛੋਟੀ that is ਲਿਟਲ ਫਿੰਗਰ ਉਸ ਨੂੰ A ਤੇ ਰੱਖਣਾ ਹੈ, ਰਿੰਗ ਫਿੰਗਰ S ਤੇ ਰੱਖਣੀ ਹੈ, ਮਿਡਲ ਫਿੰਗਰ D ਤੇ ਰੱਖਣੀ ਹੈ ਅਤੇ ਜਿਹੜੀ ਇੰਡੈਕਸ ਫਿੰਗਰ ਹੈ ਉਹ F ਤੇ ਰੱਖਣੀ ਹੈ। ਜਦੋਂ ਵੀ G ਨੂੰ ਪ੍ਰੈਸ ਕਰਨ ਦੀ ਲੋੜ ਪਵੇ, ਅਸੀਂ ਕੀ ਕਰਨਾ ਹੈ, ਤਿੰਨੋਂ ਫਿੰਗਰ ਜੋ ਹੈ ਉਹ ਉਸੇ ਪੋਜੀਸ਼ਨ ਤੇ ਹੀ ਰਹਿਣਗੀਆਂ, ਲੇਕਿਨ ਜੋ ਇੰਡੈਕਸ ਫਿੰਗਰ ਹੈ ਉਹ G ਨੂੰ ਪ੍ਰੈਸ ਕਰਕੇ ਫਿਰ ਆਪਣੀ ਵਾਪਿਸ ਪੋਜੀਸ਼ਨ ਤੇ ਆ ਜਾਵੇਗੀ। ਇਸੇ ਤਰ੍ਹਾਂ ਹੀ ਜਦੋਂ ਸੱਜੇ ਹੱਥ ਦੇ ਬਟਨਾਂ ਦੇ ਵਿੱਚੋਂ ਸਾਨੂੰ ਅਗਰ H ਪ੍ਰੈਸ ਕਰਨ ਦੀ ਲੋੜ ਪੈਂਦੀ ਹੈ ਤਾਂ ਅਸੀਂ J ਤੇ ਰੱਖੀ ਫਿੰਗਰ ਨੂੰ ਹੀ H ਤੇ ਲੈ ਕੇ ਜਾਵਾਂਗੇ, ਪ੍ਰੈਸ ਕਰਕੇ ਫਿਰ J ਤੇ ਵਾਪਿਸ ਲੈ ਆਵਾਂਗੇ। ਉਸ ਤੋਂ ਬਾਅਦ ਸਾਡੇ ਕੋਲ ਦੂਜੀ ਰੋ ਹੈ। ਦੂਜੀ ਰੋ ਹੈ ਸਭ ਤੋਂ ਉੱਪਰ ਵਾਲੀ ਰੋ ਅਲਫਾਬੈਟਿਕ, ਜਿਸ ਵਿੱਚ ਸਾਨੂੰ ਦਿੱਤਾ ਹੋਇਆ ਹੈ QWERT ਤੇ ਇਸੇ ਤਰ੍ਹਾਂ ਹੀ ਸੱਜੇ ਹੱਥ ਦੇ ਵਿੱਚ YUIOP। ਇਸੇ ਤਰ੍ਹਾਂ ਹੀ ਤੁਸੀਂ ਉੱਪਰ ਵਾਲੀ ਰੋ ਅਸੀਂ ਦੇਖੀ, ਉਸ ਵਿੱਚ ਸਾਨੂੰ ਦਿੱਤਾ ਸੀ ਕਿ FG ਤੇ HJ ਇਹ ਦੋਨੋਂ ਜਿਹੜੀਆਂ ਨੇ ਅਸੀਂ ਆਪਣੇ ਇੰਡੈਕਸ ਫਿੰਗਰ ਦੀ ਮਦਦ ਦੇ ਨਾਲ ਪ੍ਰੈਸ ਕਰਨੀਆਂ ਹਨ। ਇਸੇ ਤਰ੍ਹਾਂ ਹੀ ਅਗਰ ਦੇਖਿਆ ਜਾਵੇ ਇਸ ਵਿੱਚ ਵੀ Q ਤੁਸੀਂ ਕਿਹੜੀ ਫਿੰਗਰ ਨਾਲ ਪ੍ਰੈਸ ਕਰਨਾ ਹੈ, ਸਭ ਤੋਂ ਆਪਣੀ ਲਿਟਲ ਫਿੰਗਰ ਦੇ ਨਾਲ ਜਿਹੜੇ ਖੱਬੇ ਹੱਥ ਦੀ, ਉਸੇ ਤਰ੍ਹਾਂ ਹੀ W ਰਿੰਗ ਫਿੰਗਰ ਦੇ ਨਾਲ, E ਜਿਹੜੀ ਹੈ ਮਿਡਲ ਫਿੰਗਰ ਦੇ ਨਾਲ, R ਜਿਹੜੀ ਹੈ ਇੰਡੈਕਸ ਫਿੰਗਰ ਦੇ ਨਾਲ ਤੇ T ਜਿਹੜਾ ਇੰਡੈਕਸ ਫਿੰਗਰ ਦੇ ਨਾਲ। ਹੁਣ ਸਾਰੇ ਵਿਦਿਆਰਥੀਆਂ ਨੂੰ ਇਹ ਕਨਫਿਊਜ਼ਨ ਹੋ ਜਾਂਦੀ ਹੈ ਕਈ ਵਾਰ ਕਿ ਅਸੀਂ ਜਿਹੜੀ ਹੈ QWERT ਜਦੋਂ ਅਸੀਂ ਪ੍ਰੈਸ ਕਰਨਾ ਹੈ, ਕੀ ਆਪਾਂ ਆਪਣੀਆਂ ਸਾਰੀਆਂ ਫਿੰਗਰਸ ਨੂੰ QWERTYUIOP ਤੇ ਰੱਖ ਲੈਣਾ ਹੈ? ਨਹੀਂ, ਅਸੀਂ ਆਪਣੀ ਜਿਹੜੇ ਫਿੰਗਰਸ ਦੀ ਪੋਜੀਸ਼ਨ ਹੈ ਉਹ ਅਸੀਂ ਹੋਮ ਰੋ ਦੇ ਉੱਤੇ ਹੀ ਰੱਖਣੀ ਹੈ, ਅਸੀਂ ਉਸ ਨੂੰ ਨਹੀਂ ਬਦਲਣਾ। ਬਸ ਕਰਨਾ ਕੀ ਹੈ ਕਿ ਜਦੋਂ ਵੀ ਤੁਹਾਨੂੰ ਕਿਸੇ ਵਰਡ ਦੇ ਵਿੱਚ Q ਪ੍ਰੈਸ ਕਰਨ ਦੀ ਲੋੜ ਪਵੇ ਤਾਂ ਅਸੀਂ ਕੀ ਕਰਨਾ ਹੈ ਕਿ A ਤੋਂ ਉਂਗਲ ਆਪਣੀ ਚੁੱਕ ਕੇ Q ਪ੍ਰੈਸ ਕਰ ਲੈਣਾ ਹੈ ਤੇ ਦੁਬਾਰਾ ਜਿਹੜੀ ਹੈ ਫਿੰਗਰ A ਤੇ ਵਾਪਿਸ ਲੈ ਆਣੀ ਹੈ। ਅਗਰ ਮੰਨ ਲਓ ਉਦਾਹਰਨ ਵਜੋਂ ਤੁਹਾਨੂੰ ਇੱਕ ਵਰਡ ਦਿੱਤਾ ਜਾਂਦਾ ਹੈ QUE, ਤਾਂ ਤੁਸੀਂ ਕੀ ਕਰੋਗੇ, ਆਪਣੀ ਹੋਮ ਰੋ ਦੇ ਵਿੱਚੋਂ A ਬਟਨ ਤੋਂ ਫਿੰਗਰ ਚੁੱਕੋਗੇ, ਬਾਕੀ ਸਾਰੀਆਂ ਫਿੰਗਰਸ ਉੱਥੇ ਹੀ ਰਹਿਣਗੀਆਂ, Q ਪ੍ਰੈਸ ਕਰੋਗੇ, ਵਾਪਿਸ ਆਪਣੀ A ਤੇ ਆ ਜਾਏਗੀ ਫਿੰਗਰ। ਨੈਕਸਟ ਸਾਡੇ ਕੋਲ ਕਰੈਕਟਰ ਹੈ U, ਤੁਸੀਂ ਸੱਜੇ ਹੱਥ ਦੀ ਇੰਡੈਕਸ ਫਿੰਗਰ ਚੁੱਕੋਗੇ, U ਪ੍ਰੈਸ ਕਰੋਗੇ, ਫਿਰ ਤੁਸੀਂ ਵਾਪਿਸ ਆਪਣੇ ਹੋਮ ਰੋ ਦੇ J ਬਟਨ ਦੇ ਉੱਤੇ ਆ ਜਾਓਗੇ। ਨੈਕਸਟ ਅਸੀਂ ਪ੍ਰੈਸ ਕਰਨਾ E ਵਾਸਤੇ ਸਾਨੂੰ ਜਿਹੜੀ ਹੈ ਮਿਡਲ ਫਿੰਗਰ ਦੀ ਜ਼ਰੂਰਤ ਪਏਗੀ, ਅਸੀਂ ਮਿਡਲ ਫਿੰਗਰ ਉੱਪਰ ਲੈ ਕੇ ਜਾਵਾਂਗੇ, E ਪ੍ਰੈਸ ਕਰਾਂਗੇ ਤੇ ਵਾਪਿਸ ਜਿਹੜਾ ਵਾ D ਤੇ ਫਿਰ ਆ ਜਾਵਾਂਗੇ। ਇਸ ਤਰ੍ਹਾਂ ਅਸੀਂ ਕੀ ਕਰਦੇ ਹਾਂ, ਟੱਚ ਟਾਈਪਿੰਗ ਕਰਦੇ ਹਾਂ। ਇਸ ਨੂੰ ਬਾਰ-ਬਾਰ ਦੁਹਰਾਉਣ ਤੇ ਤੁਹਾਨੂੰ ਇਸ ਦੀ ਪ੍ਰੈਕਟਿਸ ਹੋ ਜਾਏਗੀ, ਤੁਹਾਨੂੰ ਬਟਨ ਜਿਹੜੇ ਯਾਦ ਹੋ ਜਾਣਗੇ ਕਿ ਤੁਸੀਂ ਕਿਹੜਾ ਬਟਨ ਤੁਹਾਡੀ ਕਿਹੜੀ ਫਿੰਗਰ ਨਾਲ ਪ੍ਰੈਸ ਕਰਨਾ ਹੈ। ਚਲੋ ਵਿਦਿਆਰਥੀਓ, ਅਸੀਂ ਹੁਣ ਅੱਗੇ ਚੱਲਦੇ ਹਾਂ। ਸਾਡੀ ਤੀਸਰੀ ਰੋ ਹੈ। ਤੀਸਰੀ ਰੋ ਦੇ ਵਿੱਚ ਸਾਡੇ ਕੋਲ ਜਿਹੜੇ ਅਗਲੇ ਵਰਡ ਹਨ, ਕਰੈਕਟਰ ਹਨ, ਜੋ ਬਟਨ ਅਸੀਂ ਪ੍ਰੈਸ ਕਰਨੇ ਹਨ, ਉਹ ਸਾਨੂੰ ਦਿੱਤੇ ਹਨ ZXCVB, ਸੱਜੇ ਹੱਥ ਦੇ ਨਾਲ ਹੈ NM, ਫੁੱਲ ਸਟਾਪ ਜਿਹਨੂੰ ਤੁਸੀਂ ਡਾਟ ਵੀ ਕਹਿ ਸਕਦੇ ਹੋ। ਦਿਸ ਇਜ਼ ਅ ਫਾਰਵਰਡ ਸਲੈਸ਼, ਜੋ ਨੈਕਸਟ ਸਾਨੂੰ ਦਿੱਤੀ ਹੈ ਉਹ ਹੈਗੀ ਸਾਡੀ ਫਾਰਵਰਡ ਸਲੈਸ਼। ਤੁਸੀਂ ਦੇਖ ਰਹੇ ਹੋ ਕਿ ਖੱਬਾ ਹੱਥ ਤੇ ਸੱਜਾ ਹੱਥ। ਫਿਰ ਵਿਦਿਆਰਥੀਓ ਮੈਂ ਦੁਹਰਾਉਣਾ ਚਾਹੁੰਦਾ ਹਾਂ ਕਿ ਤੁਸੀਂ ਜਿਹੜਾ ਇਹ ਬਟਨ ZXCVB ਇਹਨਾਂ ਵਿੱਚੋਂ ਕਿਸੇ ਵੀ ਜਿਹੜੇ ਬਟਨ ਨੂੰ ਪ੍ਰੈਸ ਕਰਨ ਦੇ ਲਈ
ਤੁਸੀਂ ਜਿਹੜਾ ਵਾ ਸਾਰੀਆਂ ਫਿੰਗਰਸ ਇਹਨਾਂ ਬਟਨ ਦੇ ਉੱਤੇ ਨਹੀਂ ਰੱਖਣੀਆਂ। ਤੁਹਾਡੀਆਂ ਸਾਰੀਆਂ ਜਿਹੜੀਆਂ ਨੇ ਫਿੰਗਰਸ, 4 ਫਿੰਗਰਸ ਖੱਬੇ ਹੱਥ ਦੀਆਂ ਤੇ 4 ਹੀ ਫਿੰਗਰ ਸੱਜੇ ਹੱਥ ਦੀਆਂ, ਉਹ ਕਿੱਥੇ ਰਹਿਣਗੀਆਂ? ਉਹਦੀ ਪੋਜੀਸ਼ਨ ਮੈਂ ਦੁਬਾਰਾ ਇੱਕ ਵਾਰੀ ਦਿਖਾਉਣਾ ਚਾਹੁੰਦਾ ਹਾਂ। ਤੁਸੀਂ ਦੇਖ ਰਹੇ ਹੋ ਕਿ ਇਹ ਪੋਜੀਸ਼ਨ ਹੈ। ਤੁਸੀਂ ASDF ਤੇ ਹੀ ਫਿੰਗਰਸ ਰੱਖਣੀਆਂ ਹਨ ਖੱਬੇ ਹੱਥ ਦੀਆਂ, ਤੇ ਸੱਜੇ ਹੱਥ ਦੀਆਂ ਹੀ ਇਸੇ ਤਰ੍ਹਾਂ ਸੈਮੀਕੋਲਨ LKJ ਤੇ। ਇਸ ਤੋਂ ਫਿੰਗਰ ਨਹੀਂ ਹਟਾਉਣੀਆਂ। ਜਦੋਂ ਵੀ ਕੋਈ ਬਟਨ ਪ੍ਰੈਸ ਕਰਨਾ ਹੈ, ਚਾਹੇ ਉਹ ਹੋਮ ਰੋ ਦੇ ਵਿੱਚ ਹੋਵੇ, ਸਾਡੀ ਜਿਹੜੀ ਸੈਕਿੰਡ ਰੋ ਹੈ QWE ਕੁਆਟੀ ਵਾਲੀ ਹੋਵੇ, ਜਾਂ ਫਿਰ ਤੀਜੀ ਰੋ ਹੋਵੇ ZXCVB ਵਾਲੀ। ਇਸ ਰੋ ਦੇ ਵਿੱਚ ਅਸੀਂ ਕੀ ਕਰਨਾ ਹੈ, ਹੋਮ ਰੋ ਤੋਂ ਆਪਣੀਆਂ ਫਿੰਗਰ ਹਟਾ ਕੇ ਨੀਚੇ ਵਾਲੀਆਂ ਰੋ ਤੇ ਲੈ ਕੇ ਆਉਣੀਆਂ, ਜਾਂ ਅਗਰ ਕੋਈ ਕਰੈਕਟਰ ਜਾਂ ਬਟਨ ਜੋ ਹੈ ਉੱਪਰ ਹੈ, ਹੋਮ ਰੋ ਤੋਂ ਉੱਪਰ ਵਾਲੀ ਰੋ 'ਚ ਹੈ, ਤੇ ਆਪਣੀ ਆਪਾਂ ਫਿੰਗਰ ਉੱਪਰ ਲੈ ਕੇ ਜਾਣੀ ਹੈ। ਅਸੀਂ ਕੋਈ ਵੀ ਫਿੰਗਰ ਜਿਹੜੀ ਹੈ ਅਸੀਂ ਡਾਇਰੈਕਟ ਉਸ ਰੋ ਤੇ ਨਹੀਂ ਰੱਖਣੀਆਂ। ਅਸੀਂ ਸਿਰਫ ਕੀ ਕਰਨਾ ਹੈ, ਬਟਨ ਪ੍ਰੈਸ ਕਰਕੇ ਫਿਰ ਵਾਪਿਸ ਹੋਮ ਰੋ ਦੇ ਉੱਤੇ ਆ ਜਾਣਾ ਹੈ। ਤੁਸੀਂ ਇਸ ਉਂਗਲਾਂ ਦੀ ਸਥਿਤੀ ਦਾ ਖਾਸ ਧਿਆਨ ਰੱਖਣਾ ਹੈ, ਕਿਉਂਕਿ ਇੱਕ ਵਾਰੀ ਤੁਹਾਨੂੰ ਇਹ ਪੈਟਰਨ ਯਾਦ ਹੋ ਗਿਆ ਤੇ ਤੁਹਾਨੂੰ ਜ਼ਿੰਦਗੀ ਭਰ ਕੀਬੋਰਡ ਨੂੰ ਦੇਖਣ ਦੀ ਜ਼ਰੂਰਤ ਨਹੀਂ ਪਏਗੀ। ਸਿਰਫ ਤੁਸੀਂ ਉਂਗਲਾਂ ਰੱਖਣੀਆਂ ਹੈ ਤੇ ਕੀਬੋਰਡ ਨੂੰ ਬਿਨਾਂ ਦੇਖੇ ਤੁਸੀਂ ਟਾਈਪ ਕਰ ਸਕਦੇ ਹੋ। ਤੁਹਾਨੂੰ ਲਾਸਟ ਤੇ ਮੈਂ ਟਾਈਪਿੰਗ ਕਰਕੇ ਦੱਸਾਂਗਾ ਬਿਨਾਂ ਦੇਖੇ, ਤੇ ਤੁਹਾਨੂੰ ਥੋੜਾ ਯਕੀਨ ਵੀ ਹੋ ਜਾਏਗਾ ਕਿ ਕੀ ਅਸੀਂ ਇਹ ਕਰ ਸਕਦੇ ਹਾਂ ਕਿ ਨਹੀਂ ਕਰ ਸਕਦੇ। ਤੁਸੀਂ ਵੀਡੀਓ ਨੂੰ ਅੰਤ ਤੱਕ ਦੇਖਣਾ ਹੈ, ਸਾਰੀਆਂ ਚੀਜ਼ਾਂ ਨੂੰ ਸਮਝਣਾ ਹੈ। ਨੈਕਸਟ ਸਾਡੇ ਕੋਲ ਹੈ ਚੌਥੀ ਰੋ। ਚੌਥੀ ਰੋ ਨੂੰ ਐਕਸਪਲੇਨ ਕਰਨ ਤੋਂ ਪਹਿਲਾਂ ਇੱਕ ਵਾਰੀ ਦੁਬਾਰਾ ਮੈਂ ਥਰਡ ਰੋ ਤੇ ਥੋੜਾ ਜਿਹਾ ਕਰ ਦੇਣਾ। Z ਜਿਹੜਾ ਤੁਸੀਂ ਛੋਟੀ ਫਿੰਗਰ ਨਾਲ ਯਾਨੀ ਕਿ ਲਿਟਲ ਫਿੰਗਰ ਨਾਲ, X ਜਿਹੜਾ ਹੈ ਰਿੰਗ ਫਿੰਗਰ ਦੇ ਨਾਲ, C ਜਿਹੜਾ ਮਿਡਲ ਫਿੰਗਰ ਦੇ ਨਾਲ, V ਅਤੇ B ਜਿਹੜਾ ਉਹ ਇੰਡੈਕਸ ਫਿੰਗਰ ਦੇ ਨਾਲ ਪ੍ਰੈਸ ਕਰਨਾ ਹੈ, ਲੇਕਿਨ ਕਿਹੜੇ ਹੱਥ ਦੇ? ਖੱਬੇ ਹੱਥ ਦੇ। ਇਸੇ ਤਰ੍ਹਾਂ ਹੀ N ਅਤੇ M ਇਹ ਇੰਡੈਕਸ ਫਿੰਗਰ ਨਾਲ ਪ੍ਰੈਸ ਕਰਨਾ ਹੈ। ਜਿਹੜੀ ਫਾਰਵਰਡ ਸਲੈਸ਼ ਹੈ ਉਹ ਛੋਟੀ ਫਿੰਗਰ ਦੇ ਨਾਲ, ਫੁੱਲ ਸਟਾਪ ਹੈ ਉਹ ਰਿੰਗ ਫਿੰਗਰ ਦੇ ਨਾਲ, ਅਤੇ ਕੋਮਾ ਜੋ ਹੈ ਉਹ ਆਪਣਾ ਤੁਸੀਂ ਮਿਡਲ ਫਿੰਗਰ ਦੇ ਨਾਲ। ਆਓ ਨੀਚੇ ਚੱਲਦੇ ਹਾਂ। ਨੈਕਸਟ ਸਾਡੇ ਕੋਲ ਦਿੱਤਾ ਹੋਇਆ ਹੈ ਚੌਥੀ ਰੋ। ਚੌਥੀ ਰੋ ਵਿੱਚ ਕੀ ਹੁੰਦਾ ਹੈ ਕਿ ਤੁਸੀਂ ਦੇਖਦੇ ਹੋ ਕਿ ਜਦੋਂ ਅਸੀਂ ਕੀਬੋਰਡ ਤੇ ਟਾਈਪ ਕਰਦੇ ਹਾਂ ਤੇ ਸਾਡੇ ਕੋਲ ਕੁਝ ਨੰਬਰ ਨਜ਼ਰ ਆਉਂਦੇ ਹਨ, ਜਿਵੇਂ ਸੀਰੀਜ਼ ਲਿਖੀ ਹੁੰਦੀ ਹੈ 1 2 3 4 5 6 7 8 9 0। ਅਸੀਂ ਕੀ ਕਰਨਾ ਹੈ, ਜਿਸ ਤਰ੍ਹਾਂ ਉਂਗਲਾਂ ਦੀ ਸਥਿਤੀ ਆਪਾਂ ਹੋਮ ਰੋ ਤੇ ਰੱਖੀ ਸੀ, ਅਸੀਂ ਉਸੇ ਤਰ੍ਹਾਂ ਹੀ ਰਹਿਣ ਦੇਣਾ ਹੈ। ਇਸ ਨੂੰ ਚੇਂਜ ਨਹੀਂ ਕਰਨਾ ਹੈ। ਅਗਰ ਤੁਹਾਨੂੰ ਇੱਕ ਪ੍ਰੈਸ ਕਰਨਾ ਹੈ ਤਾਂ ਤੁਸੀਂ ਕੀ ਕਰ ਸਕਦੇ ਹੋ, ਆਪਣੇ ਕੀਬੋਰਡ ਤੋਂ ਜਿਹੜੀ ਲਿਟਲ ਫਿੰਗਰ ਹੈ ਉਸ ਦੇ ਨਾਲ ਹੀ ਤੁਸੀਂ ਇੱਕ ਪ੍ਰੈਸ ਕਰੋਗੇ, ਲੇਕਿਨ ਕਿਹੜੇ ਹੱਥ ਦੀ? ਖੱਬੇ ਹੱਥ ਦੀ। ਇਸੇ ਤਰ੍ਹਾਂ ਹੀ ਤੁਸੀਂ ਦੇਖ ਰਹੇ ਹੋ ਤਸਵੀਰ ਦੇ ਵਿੱਚ 1 2 3 4 ਹਰ ਇੱਕ ਲਈ ਇੱਕ ਫਿੰਗਰ ਅਸਾਈਨ ਕੀਤੀ ਗਈ ਹੈ, ਰੱਖੀ ਗਈ ਹੈ। ਜਦੋਂ ਤੁਸੀਂ 5 ਪ੍ਰੈਸ ਕਰਨਾ ਹੈ, 4 ਅਤੇ 5 ਦੋਨਾਂ ਲਈ ਤੁਸੀਂ ਇੰਡੈਕਸ ਫਿੰਗਰ ਦੀ ਵਰਤੋਂ ਕਰਨੀ ਹੈ। ਇਸੇ ਤਰ੍ਹਾਂ ਹੀ ਅਗਰ ਸੱਜੇ ਹੱਥ ਦੀ ਗੱਲ ਕਰੀਏ ਤਾਂ 0 ਜਿਹੜਾ ਹੈ ਉਹ ਤੁਸੀਂ ਆਪਣੀ ਲਿਟਲ ਫਿੰਗਰ ਨਾਲ ਪ੍ਰੈਸ ਕਰਨੀ ਹੈ। 9 ਜਿਹੜਾ ਹੈ ਤੁਸੀਂ ਰਿੰਗ ਫਿੰਗਰ ਨਾਲ ਪ੍ਰੈਸ ਕਰਨੀ ਹੈ। 8 ਜਿਹੜਾ ਹੈ ਉਹ ਤੁਸੀਂ ਮਿਡਲ ਫਿੰਗਰ ਨਾਲ ਪ੍ਰੈਸ ਕਰਨਾ ਹੈ। 6 ਅਤੇ 7 ਸੱਜੇ ਹੱਥ ਦੇ ਇੰਡੈਕਸ ਫਿੰਗਰ ਦੇ ਨਾਲ ਪ੍ਰੈਸ ਕਰ ਸਕਦੇ ਹੋ। ਪਰ ਵਿਦਿਆਰਥੀਓ, ਮੈਂ ਫਿਰ ਕਹਿਣਾ ਚਾਹੁੰਦਾ ਹਾਂ, ਇਸ ਜਗ੍ਹਾ ਤੇ ਤੁਸੀਂ ਗਲਤੀ ਨਹੀਂ ਕਰਨੀ। ਇਹ ਨਾ ਹੋਏ ਕੋਈ ਨੰਬਰ ਆਵੇ ਤੇ ਤੁਸੀਂ ਸਾਰੀਆਂ ਜਿਹੜੀਆਂ ਫਿੰਗਰਸ ਨੇ ਉਹ ਆਪਣੀਆਂ ਜਿਹੜੀਆਂ ਨੰਬਰ ਵਾਲੀ ਰੋ ਤੇ ਰੱਖ ਲਓ। ਅਸੀਂ ਆਪਣੇ ਉਂਗਲਾਂ ਜਿਹੜੀਆਂ ਨੇ ਹੋਮ ਰੋ ਤੋਂ ਨਹੀਂ ਹਟਾਉਣੀਆਂ। ਜਦੋਂ ਬਟਨ ਪ੍ਰੈਸ ਕਰਨਾ ਹੈ, ਸਿਰਫ ਉਹੀ ਫਿੰਗਰ ਆਪਣੀ ਜਗ੍ਹਾ ਤੋਂ ਹਟ ਕੇ ਉੱਪਰ ਵਾਲੀਆਂ ਰੋ ਜਾਂ ਨੀਚੇ ਵਾਲੀ ਰੋ ਤੇ ਜਾਏਗੀ, ਤੇ ਬਟਨ ਪ੍ਰੈਸ ਕਰਨ ਤੋਂ ਬਾਅਦ ਫਿਰ ਆਪਣੀ ਜਿਹੜੀ ਉਂਗਲਾਂ ਦੀ ਜਿਹੜੀ ਸਥਿਤੀ ਹੈ ਉਹ ਹੋਮ ਰੋ ਤੇ ਹੋਣੀ ਚਾਹੀਦੀ ਹੈ। ਤੁਸੀਂ ਇਹ ਡਾਇਗਰਾਮ ਜਿਹੜੀ ਦਿੱਤੀ ਗਈ ਹੈ 1 2 3 4 5 ਵਾਲੀ, ਇਸ ਨੂੰ ਚੰਗੀ ਤਰ੍ਹਾਂ ਸਮਝ ਲਓ, ਠੀਕ ਹੈ। ਨੈਕਸਟ ਅਸੀਂ ਚੱਲਾਂਗੇ, ਸਾਡੇ ਕੋਲ ਦਿੱਤਾ ਹੋਇਆ ਹੈ ਨੂਮੈਰਿਕ ਕੀਪੈਡ। ਨੂਮੈਰਿਕ ਕੀਪੈਡ ਦੇ ਵਿੱਚ ਨੂਮੈਰਿਕ ਕੀਪੈਡ ਇਸ ਤਰ੍ਹਾਂ ਦਾ ਹੁੰਦਾ ਹੈ। ਇਸ ਵਿੱਚ ਤੁਹਾਨੂੰ ਜਿਹੜਾ ਵਾ ਕੁਝ ਐਰੋਜ਼ ਵੀ ਨਜ਼ਰ ਆਉਣਗੇ, ਕੁਝ ਹੋਰ ਫੰਕਸ਼ਨ ਜਿਵੇਂ ਕਿ ਹੋਮ ਫੰਕਸ਼ਨ, ਪੇਜ ਅਪ, ਪੇਜ ਡਾਊਨ, ਐਂਡ, ਠੀਕ ਹੈ। ਇਸ ਤਰ੍ਹਾਂ ਦੇ ਕੁਝ ਫੰਕਸ਼ਨ ਨਜ਼ਰ ਆਉਣਗੇ। ਨਾਲ ਤੁਹਾਨੂੰ ਜਿਹੜਾ ਵਾ ਪਲੱਸ, ਮਾਈਨਸ, ਮਲਟੀਪਲਾਈ, ਡਿਵੀਜ਼ਨ, ਇਸ ਤਰ੍ਹਾਂ ਦੇ ਕੁਝ ਸਾਈਨ ਵੀ ਨਜ਼ਰ ਆਉਣਗੇ।
ਹੁਣ ਕਰਨਾ ਕੀ ਹੈ, ਨੂਮੈਰਿਕ ਕੀਪੈਡ ਦੇ ਵਿੱਚ ਨੂਮੈਰਿਕ ਜਦੋਂ ਵਿਦਿਆਰਥੀ ਕਈ ਕੁਐਸਚਨ ਕਰਦੇ ਹਨ ਕਿ ਸਾਡੇ ਕੋਲ ਤਾਂ ਉੱਪਰ ਇੱਕ ਨੰਬਰ ਵਾਲੀ ਰੋ ਦਿੱਤੀ ਹੋਈ ਹੈ, ਫਿਰ ਸਾਨੂੰ ਨੂਮੈਰਿਕ ਕੀਪੈਡ ਦੀ ਜ਼ਰੂਰਤ ਕਿਉਂ ਪਈ? ਤਾਂ ਵਿਦਿਆਰਥੀਓ, ਇੱਥੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਨੂਮੈਰਿਕ ਕੀਪੈਡ ਜਿਹੜਾ ਅਕਾਊਂਟਿੰਗ ਪਰਪਸ ਲਈ ਜਾਂ ਕਿਤੇ ਵੀ ਕੰਪਿਊਟਰ ਦੇ ਵਿੱਚ ਜਦੋਂ ਅਸੀਂ ਕੁਝ ਮਾਰਕਸ ਫੀਡ ਕਰਨੇ ਹੁੰਦੇ ਹਨ ਤਾਂ ਜਿਹੜੀ ਰੋ ਹੈ, ਜਿਹੜੀ ਟੌਪ ਰੋ ਹੈ, ਨੰਬਰ ਵਾਲੀ ਰੋ ਹੈ, ਉਹਦੇ ਵਿੱਚ ਟਾਈਪ ਕਰਦੇ ਸਮੇਂ ਸਾਨੂੰ ਜਿਹੜਾ ਵਾ ਥੋੜਾ ਸਮਾਂ ਜ਼ਿਆਦਾ ਲੱਗਦਾ। ਸਮਾਂ ਘਟਾਉਣ ਵਾਸਤੇ ਹੀ ਟੈਕਨੀਸ਼ੀਅਨ ਜਿਨ੍ਹਾਂ ਨੇ ਕੀਬੋਰਡ ਦਾ ਲੇਆਊਟ ਡਿਜ਼ਾਈਨ ਕੀਤਾ, ਉਹਨਾਂ ਨੇ ਇੱਕ ਨੂਮੈਰਿਕ ਪੈਡ ਦਾ ਫੰਕਸ਼ਨ ਵੀ ਰੱਖਿਆ। ਨੂਮੈਰਿਕ ਕੀਪੈਡ ਦੇ ਨਾਲ ਅਸੀਂ ਕੀ ਕਰ ਸਕਦੇ ਹਾਂ, ਥੋੜੀ ਫਾਸਟ ਟਾਈਪਿੰਗ ਕਰ ਸਕਦੇ ਹਾਂ ਨੰਬਰਾਂ ਲਈ। ਹੁਣ ਤੁਸੀਂ ਦੇਖੋਗੇ ਕਿ ਇਹਦੇ ਵਿੱਚ ਜਿਹੜੀ 5 ਵਾਲੀ ਪੋਜੀਸ਼ਨ ਹੈ, 5 ਵਾਲੀ ਪੋਜੀਸ਼ਨ ਦੇ ਉੱਤੇ ਤੁਸੀਂ ਕੀ ਰੱਖਣਾ ਵਾ, ਆਪਣੀ ਸੱਜੇ ਹੱਥ ਦੀ ਜਿਹੜੀ ਹੈ ਦੂਸਰੀ ਉਂਗਲ, ਸੱਜੇ ਹੱਥ ਦੀ ਦੂਸਰੀ ਉਂਗਲ ਕਿਹੜੀ ਹੈ, ਦੈਟ ਇਜ਼ ਯੂਅਰ ਮਿਡਲ ਫਿੰਗਰ, ਉਸ ਨੂੰ ਅਪੁਆਇੰਟ ਕਰ ਲੈਣਾ ਹੈ। ਅਪੁਆਇੰਟ ਕਰਨ ਦਾ ਫਾਇਦਾ ਇਹ ਹੁੰਦਾ ਹੈ ਕਿ ਤੁਸੀਂ ਦੇਖੋ ਜਿਵੇਂ 5 ਦੇ ਉੱਤੇ ਤੁਸੀਂ ਉਂਗਲ ਆਪਣੀ ਮਿਡਲ ਫਿੰਗਰ ਰੱਖ ਲਈ ਸੱਜੇ ਹੱਥ ਦੀ, ਤੁਸੀਂ ਕੀ ਕਰ ਸਕਦੇ ਹੋ ਕਿ ਮਿਡਲ ਫਿੰਗਰ ਨਾਲ ਤੁਸੀਂ 2 ਵੀ ਪ੍ਰੈਸ ਕਰ ਸਕਦੇ ਹੋ, ਨੀਚੇ ਜਾ ਸਕਦੇ ਹੋ, ਮਿਡਲ ਫਿੰਗਰ ਨਾਲ ਤੁਸੀਂ 8 ਵੀ ਪ੍ਰੈਸ ਕਰ ਸਕਦੇ ਹੋ। ਇਸੇ ਤਰ੍ਹਾਂ ਹੀ ਅਗਰ ਜੇ ਤੁਸੀਂ ਇੰਡੈਕਸ ਫਿੰਗਰ ਦੀ ਵਰਤੋਂ ਕਰੋਗੇ 4 ਪ੍ਰੈਸ ਕਰ ਲੋਗੇ, 6 ਪ੍ਰੈਸ ਕਰਨ ਵਾਸਤੇ ਤੁਹਾਨੂੰ ਜਿਹੜੀ ਆ ਆਪਣੀ ਸੱਜੇ ਹੱਥ ਦੀ ਰਿੰਗ ਫਿੰਗਰ ਦਾ ਪ੍ਰਯੋਗ ਕਰਨਾ ਪਏਗਾ। ਇੱਕ ਸੈਂਟਰ ਪੁਆਇੰਟ ਹੋ ਜਾਂਦਾ ਹੈ, ਸੈਂਟਰ ਪੁਆਇੰਟ ਹੋਣ ਦੇ ਨਾਲ ਜਿਹੜੇ ਉੱਪਰ ਵਾਲੇ ਨੰਬਰ ਤੇ ਨੀਚੇ ਵਾਲੇ ਨੰਬਰ ਪ੍ਰੈਸ ਕਰਨਾ ਆਸਾਨ ਹੋ ਜਾਂਦਾ ਹੈ। ਠੀਕ ਹੈ, ਉਸ ਤੋਂ ਬਾਅਦ ਇੱਕ ਹੋਰ ਚੀਜ਼ ਦਾ ਖਾਸ ਧਿਆਨ ਰੱਖਣਾ ਹੈ। ਤੁਸੀਂ ਦੇਖੋ ਕਿ ਇੱਥੇ ਲਿਖਿਆ ਗਿਆ ਹੈ ਕਿ ਸੱਜੇ ਹੱਥ ਦਾ ਅੰਗੂਠਾ 0 ਉੱਤੇ, ਸੱਜੇ ਹੱਥ ਦਾ ਅੰਗੂਠਾ ਤੁਸੀਂ 0 ਉੱਤੇ ਰੱਖ ਸਕਦੇ ਹੋ, ਪਰ ਯਾਦ ਰੱਖਣਾ ਕਿ ਇਸ ਨੂੰ ਆਪਾਂ ਪ੍ਰੈਸ ਕਰਕੇ ਨਹੀਂ ਰੱਖਣਾ। ਪ੍ਰੈਸ ਕਰਕੇ ਰੱਖੋਗੇ ਤਾਂ ਜਿਹੜਾ ਵੀ ਸੌਫਟਵੇਅਰ ਤੁਸੀਂ ਓਪਨ ਕੀਤਾ ਹੋਏਗਾ ਉਹਦੇ ਵਿੱਚ ਫਿਰ ਨੰਬਰ ਟਾਈਪ ਹੋ ਜਾਣਗੇ। ਆਪਾਂ ਸੌਫਟ ਜਿਹਾ ਰੱਖਣਾ, ਠੀਕ ਹੈ, ਜ਼ਰੂਰਤ ਪੈਣ ਤੇ ਉਹਨੂੰ ਪ੍ਰੈਸ ਕਰ ਦੇਣਾ। ਇੱਕ ਹੋਰ ਗੱਲ ਵਿਦਿਆਰਥੀਓ ਧਿਆਨ ਵਿੱਚ ਰੱਖਣੀ ਹੈ ਕਿ ਜਿਹੜਾ ਨੂਮੈਰਿਕ ਕੀਪੈਡ ਹੈ, ਇਸ ਨੂੰ ਤੁਸੀਂ ਵਰਤਣ ਵਾਸਤੇ ਤੁਹਾਡੇ ਕੋਲ ਇੱਕ ਨਮ ਲੋਕ ਦਾ ਬਟਨ ਦਿੱਤਾ ਹੋਇਆ ਹੈ। ਤੁਸੀਂ ਦੇਖ ਰਹੇ ਹੋ ਕਿ ਇਸ ਪਾਰਟ ਦੇ ਵਿੱਚ ਨਮ ਲੋਕ ਦਾ ਬਟਨ ਦਿੱਤਾ ਹੋਇਆ ਹੈ। ਨਮ ਲੋਕ ਬਟਨ ਨੂੰ ਤੁਸੀਂ ਔਨ ਕਰ ਲੈਣਾ। ਜਦੋਂ ਤੁਸੀਂ ਔਨ ਕਰੋਗੇ ਤਾਂ ਜਿਹੜਾ ਪੈਡ ਆ ਉਹ ਐਕਟੀਵੇਟ ਹੋ ਜਾਏਗਾ। ਜੋ ਵੀ ਤੁਸੀਂ ਨੰਬਰ ਟਾਈਪ ਕਰੋਗੇ ਤਾਂ ਨੰਬਰ ਆਸਾਨੀ ਨਾਲ ਲਿਖੇ ਜਾ ਸਕਣਗੇ। ਅੱਗੇ ਅਸੀਂ ਸਮਝਦੇ ਹਾਂ 1.4 ਕੀਬੋਰਡ ਦੀਆਂ ਖਾਸ ਕੀਜ਼। ਹੁਣ ਕੀਬੋਰਡ ਦੀਆਂ ਕੁਝ ਖਾਸ ਕੀਜ਼ ਬਾਰੇ ਸਮਝਾਂਗੇ ਕਿ ਕਿਹੜੀ ਕੀਜ਼ ਹੈ। ਸਭ ਤੋਂ ਪਹਿਲਾਂ ਸਾਡੇ ਕੋਲ ਕੀ ਹੈਗੀ ਹੈ, ਸਪੇਸ ਬਾਰ। 2 ਸ਼ਬਦਾਂ ਵਿੱਚ ਖਾਲੀ ਥਾਂ, ਮਤਲਬ ਕਿ ਜਦੋਂ ਸਪੇਸ ਬਾਰ ਕੀ ਇੱਕ ਐਸੀ ਕੀ ਹੈ ਜੋ ਕੀਬੋਰਡ ਦੇ ਵਿੱਚ ਸਭ ਤੋਂ ਵੱਡੀ ਕੀ ਮੰਨੀ ਜਾਂਦੀ ਹੈ। ਉਸ ਤੋਂ ਬਾਅਦ ਸਪੇਸ ਬਾਰ ਦੀ ਵਰਤੋਂ ਕਿੱਥੇ ਕੀਤੀ ਜਾਂਦੀ ਹੈ, ਜਦੋਂ ਅਸੀਂ 2 ਵਰਡ ਦੇ ਵਿਚਕਾਰ ਕੋਈ ਖਾਲੀ ਥਾਂ ਛੱਡਣੀ ਹੈ। ਤੁਸੀਂ ਇਹ ਵੇਖ ਹੀ ਰਹੇ ਹੋ ਕਿ ਜਿਵੇਂ ਲਿਖਿਆ ਹੋਇਆ 2 ਸ਼ਬਦਾਂ, ਹੁਣ 2 ਤੇ ਸ਼ਬਦਾਂ ਦੇ ਵਿਚਕਾਰ ਇੱਕ ਸਾਨੂੰ ਖਾਲੀ ਜਗ੍ਹਾ ਨਜ਼ਰ ਆ ਰਹੀ ਹੈ। ਇਹ ਖਾਲੀ ਜਗ੍ਹਾ ਕਿਸ ਤਰ੍ਹਾਂ ਐਡ ਕੀਤੀ ਜਾ ਸਕਦੀ ਹੈ, ਉਹ ਸਪੇਸ ਬਾਰ ਦੀ ਮਦਦ ਦੇ ਨਾਲ ਐਡ ਕੀਤੀ ਜਾ ਸਕਦੀ ਹੈ। ਨੈਕਸਟ ਸਾਡੇ ਕੋਲ ਹੈਗਾ ਐਂਟਰ ਕੀ। ਐਂਟਰ ਕੀ ਦੀ ਵਰਤੋਂ ਅਸੀਂ ਕਿਉਂ ਕਰਦੇ ਹਾਂ? ਐਂਟਰ ਕੀ ਦੀ ਵਰਤੋਂ ਅਸੀਂ ਇਸ ਲਈ ਕਰਦੇ ਹਾਂ ਕਿ ਅਸੀਂ ਮੰਨ ਲਓ ਕੋਈ ਲਾਈਨ ਲਿਖ ਲਈ ਹੈ, ਅਸੀਂ ਚਾਹੁੰਦੇ ਹਾਂ ਕਿ ਅਸੀਂ ਹੁਣ ਅਗਲੀ ਜਿਹੜੀ ਲਾਈਨ ਲਿਖਣੀ ਹੈ ਜਾਂ ਅਗਲਾ ਕੋਈ ਵਰਡ ਲਿਖਣਾ ਹੈ ਉਹ ਅਗਲੀ ਨੈਕਸਟ ਲਾਈਨ ਦੇ ਵਿੱਚ, ਜਿਵੇਂ ਕਿ ਮੈਂ ਵਰਡ ਦੇ ਵਿੱਚ MS ਵਰਡ 'ਚ ਤੁਹਾਨੂੰ ਲਿਖ ਕੇ ਦੱਸਦਾ ਕਿ ਮੰਨ ਲਓ ਹੁਣ ਇਸ ਜਗ੍ਹਾ ਮੈਂ ਐਂਟਰ ਪ੍ਰੈਸ ਕਰਾਂਗਾ ਤੇ ਮੇਰਾ ਕਰਸਰ ਜਿਹੜਾ ਨੈਕਸਟ ਲਾਈਨ ਦੇ ਵਿੱਚ ਪਹੁੰਚ ਗਿਆ। ਇਹ ਇਸ ਦਾ ਫੰਕਸ਼ਨ ਹੈ। ਹੁਣ ਮੈਂ ਜੋ ਵੀ ਕੁਝ ਵੀ ਟਾਈਪ ਕਰਾਂਗਾ ਉਹ ਕਿਹੜੀ ਜਗ੍ਹਾ ਤੇ ਟਾਈਪ ਹੋਏਗਾ, ਨੈਕਸਟ ਲਾਈਨ। ਮੰਨ ਲਓ ਮੈਂ ਅੱਗੇ ਕੁਝ ਟਾਈਪ ਕਰਨਾ ਚਾਹੁੰਦਾ ਤਾਂ ਦੇਖੋ ਨੈਕਸਟ ਲਾਈਨ, ਜਿੰਨੀ ਵਾਰ ਅਸੀਂ ਐਂਟਰ ਪ੍ਰੈਸ ਕਰਾਂਗੇ ਅਸੀਂ ਨੈਕਸਟ ਲਾਈਨ 'ਚ ਚਲੇ ਜਾਵਾਂਗੇ। ਨੈਕਸਟ ਸਾਡੇ ਕੋਲ ਹੈਗਾ ਬੈਕ ਸਪੇਸ। ਬੈਕ ਸਪੇਸ ਦਾ ਕੀ ਫਾਇਦਾ ਹੁੰਦਾ, ਬੈਕ ਸਪੇਸ ਦਾ ਤੁਹਾਨੂੰ ਯੂਜ਼ ਕਰਕੇ ਦੱਸਦੇ ਹਾਂ। ਬੈਕ ਸਪੇਸ ਦੀ ਜਦੋਂ ਤੁਸੀਂ ਬੈਕ ਸਪੇਸ ਪ੍ਰੈਸ ਕਰੋਗੇ ਤੁਸੀਂ ਇਟ ਮੀਨਸ ਕਿ ਬੈਕ ਜਾ ਰਹੇ। ਹੁਣ ਇਹ ਬੈਕ ਜਾਣ ਦਾ ਮਤਲਬ ਕੀ ਹੈ, ਬੈਕ ਜਾਣ ਦਾ ਦੇਖੋ ਜਾਣ ਨੂੰ ਤਾਂ ਐਰੋ ਕੀਜ਼ ਵੀ ਹੈਗੀਆਂ ਸੀ, ਲੇਕਿਨ ਇਹ ਬੈਕ ਸਪੇਸ ਦਾ ਫਾਇਦਾ ਕੀ ਹੈ ਕਿ ਮੰਨ ਲਓ ਮੈਂ ਬੈਕ ਸਪੇਸ ਪ੍ਰੈਸ ਕਰਾਂਗਾ ਤੇ ਕਰਸਰ ਦੇ ਖੱਬੇ ਪਾਸੇ ਜਿਹੜਾ ਵੀ ਕੁਝ ਲਿਖਿਆ ਹੋਇਆ ਉਹ ਇਰੇਜ਼ ਹੋਣਾ ਸ਼ੁਰੂ ਹੋ ਜਾਏਗਾ। ਤੁਸੀਂ ਦੇਖ ਰਹੇ ਹੋ ਸਕਰੀਨ ਦੇ ਉੱਤੇ ਮੈਂ ਬੈਕ ਸਪੇਸ ਪ੍ਰੈਸ ਕਰ ਰਿਹਾ ਹਾਂ ਤੇ ਜਿਹੜੇ ਕਰੈਕਟਰ ਨੇ ਉਹ ਇਰੇਜ਼ ਹੋ ਰਹੇ ਹਨ, ਮਤਲਬ ਕਿ ਡਿਲੀਟ ਹੋ ਰਹੇ ਹਨ। ਨੈਕਸਟ ਸਾਡੇ ਕੋਲ ਹੈਗਾ ਸ਼ਿਫਟ ਕੀ। ਹੁਣ ਸ਼ਿਫਟ ਕੀ ਦੀ ਮਦਦ ਅਸੀਂ ਕਿਸ ਤਰ੍ਹਾਂ ਲੈ ਸਕਦੇ ਹਾਂ, ਸ਼ਿਫਟ ਕੀ ਨਾਲੇ ਸਾਡੇ ਕਿਸ ਕੰਮ ਆਉਂਦੀ ਹੈ, ਜਦੋਂ ਵੀ ਅਸੀਂ
कोई करैक्टर तुसी देख रहे हो कि जिन्ने भी मैं करैक्टर लिखे ने ये सारे दे सारे करैक्टर की ने स्मॉल केस च गए मीनस ਅਸੀਂ ਇਹਨੂੰ ਕਹਿ ਸਕਦੇ ਹੋ ਕਿ ਜਿਵੇਂ ਆਪਾਂ ਕਹਿ ਦਿੰਦੇ ਹਾਂ ਛੋਟੀ ABC ਤੇ ਵੱਡੀ ABC ਇਸੇ ਤਰ੍ਹਾਂ ਅਗਰ ਮੰਨ ਲਓ ਕੋਈ ਕਰੈਕਟਰ ਵੱਡਾ ਲਿਖਣਾ ਚਾਹੁੰਦੇ ਹਾਂ ਅਸੀਂ ਤਾਂ ਸ਼ਿਫਟ ਪ੍ਰੈਸ ਕਰਕੇ ਰੱਖੋ ਇੱਕ ਵਾਰੀ ਤੇ ਉਸ ਤੋਂ ਬਾਅਦ ਜਿਹੜਾ ਵੀ ਕਰੈਕਟਰ ਤੁਸੀਂ ਪ੍ਰੈਸ ਕਰੋਗੇ ਜਿਵੇਂ ਮੈਂ ਹੁਣ ASDF ਪ੍ਰੈਸ ਕੀਤਾ ਸ਼ਿਫਟ ਮੈਂ ਛੱਡਿਆ ਨਹੀਂ ਠੀਕ ਹੈ ਤਾਂ ਮੇਰੇ ਸਾਰੇ ਦੇ ਸਾਰੇ ਕਰੈਕਟਰ ਕੀ ਨੇ ਵੱਡੇ ਟਾਈਪ ਹੋ ਰਹੇ ਜਿਵੇਂ ਮੰਨ ਲਓ ਮੈਂ ਲਿਖਣਾ ਹੈ ਹੈਲੋ ਤਾਂ ਹੈਲੋ ਲਈ ਮੈਂ ਕੀ ਕੀਤਾ ਜਦੋਂ ਮੈਂ H ਲਿਖਣਾ ਸੀ ਤਾਂ ਮੈਂ ਸ਼ਿਫਟ H ਪ੍ਰੈਸ ਕੀਤਾ ਤਾਂ ਮੇਰਾ ਜਿਹੜਾ ਕਰੈਕਟਰ ਹੈ ਉਹ ਕੈਪੀਟਲ ਲੈਟਰ ਦੇ ਵਿੱਚ ਆ ਗਿਆ ਤੁਸੀਂ ਇੱਕ ਚੀਜ਼ ਦਾ ਵਿਦਿਆਰਥੀਓ ਖਾਸ ਧਿਆਨ ਰੱਖਣਾ ਹੈ ਕਿ ਜਦੋਂ ਤੁਸੀਂ ਟਾਈਪਿੰਗ ਕਰ ਰਹੇ ਹੋ ਤਾਂ ਅਗਰ ਕੋਈ ਵੀ ਕਰੈਕਟਰ ਕੋਈ ਵੀ ਅੱਖਰ ਜਿਹੜਾ ਤੁਸੀਂ ਟਾਈਪ ਕਰਨਾ ਚਾਹੁੰਦੇ ਹੋ ਤੇ ਉਹ ਜਿਹੜਾ ਤੁਸੀਂ ਵੱਡਾ ਲਿਖਣਾ ਚਾਹੁੰਦੇ ਹੋ ਜਿਵੇਂ ਮੈਂ H ਵੱਡਾ ਲਿਖਣਾ ਚਾਹੁੰਦਾ ਤਾਂ ਮੈਂ ਕੀ ਕਰਾਂਗਾ ਮੈਂ ਆਪਣੇ ਖੱਬੇ ਹੱਥ ਦੇ ਸ਼ਿਫਟ ਬਟਨ ਪ੍ਰੈਸ ਕਰਾਂਗਾ ਲੇਕਿਨ ਅਗਰ ਮੈਂ ਕੋਈ ਖੱਬੇ ਪਾਸੇ ਵਾਲਾ ਤੁਹਾਨੂੰ ਮੈਂ ਪਹਿਲੇ ਹੀ ਦੱਸ ਚੁੱਕਾ ਹਾਂ ਕਿ ਕੀਬੋਰਡ ਦੇ ਲੇਆਊਟ ਨੂੰ ਦੋ ਭਾਗਾਂ ਦੇ ਵਿੱਚ ਵੰਡਿਆ ਗਿਆ ਖੱਬਾ ਭਾਗ ਤੇ ਸੱਜਾ ਭਾਗ ਜੇ ਮੇਰਾ ਕੋਈ ਕਰੈਕਟਰ ਖੱਬੇ ਭਾਗ ਦੇ ਵਿੱਚ ਆਂਦਾ ਹੈ ਤਾਂ ਮੈਂ ਉਸ ਨੂੰ ਜੇ ਵੱਡਾ ਲਿਖਣਾ ਚਾਹੁੰਦਾ ਹਾਂ ਤਾਂ ਮੈਂ ਕੀ ਕਰਾਂਗਾ ਮੈਂ ਸੱਜੇ ਪਾਸੇ ਵਾਲਾ ਸ਼ਿਫਟ ਬਟਨ ਪ੍ਰੈਸ ਕਰਕੇ ਤੇ ਖੱਬੇ ਹੱਥ ਦੇ ਨਾਲ ਜਿਹੜਾ ਉਹ ਕਰੈਕਟਰ ਪ੍ਰੈਸ ਕਰਾਂਗਾ ਇਸ ਚੀਜ਼ ਦਾ ਖਾਸ ਧਿਆਨ ਦੇਣਾ ਕਿਉਂਕਿ ਇਸ ਨਾਲ ਟਾਈਪਿੰਗ ਜਿਹੜੀ ਹੈ ਉਹ ਸਪੀਡ ਨਾਲ ਅਸੀਂ ਕਰ ਸਕਦੇ ਹਾਂ ਨੈਕਸਟ ਸਾਡੇ ਕੋਲ ਹੈਗਾ ਕੈਪਸ ਲੌਕ ਦੀ ਮਦਦ ਦੇ ਨਾਲ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਜਿਹੜਾ ਸ਼ਬਦ ਹੈ ਯਾਨੀ ਕਿ ਵਰਡ ਹੈ ਜਾਂ ਲਾਈਨ ਹੈ ਜਾਂ ਪੈਰਾ ਹੈ ਉਹ ਸਾਰੇ ਦਾ ਸਾਰਾ ਹੀ ਤੁਸੀਂ ਵੱਡੇ ਅੱਖਰਾਂ ਦੇ ਵਿੱਚ ਯਾਨੀ ਕਿ ਕੈਪੀਟਲ ਲੈਟਰਸ ਦੇ ਵਿੱਚ ਲਿਖਣਾ ਚਾਹੁੰਦੇ ਹੋ ਤਾਂ ਤੁਸੀਂ ਕੀ ਕਰ ਸਕਦੇ ਹੋ ਕੈਪਸ ਲੌਕ ਔਨ ਕਰ ਸਕਦੇ ਹੋ ਕੈਪਸ ਲੌਕ ਔਨ ਕਰਨ ਦਾ ਫਾਇਦਾ ਇਹ ਹੋਏਗਾ ਕਿ ਤੁਹਾਨੂੰ ਬਾਰ-ਬਾਰ ਸ਼ਿਫਟ ਕੀ ਦੀ ਵਰਤੋਂ ਨਹੀਂ ਕਰਨੀ ਪਏਗੀ ਉਮੀਦ ਹੈ ਵਿਦਿਆਰਥੀਓ ਤੁਹਾਨੂੰ ਇਹ ਪੁਆਇੰਟ ਸਮਝ ਲੱਗ ਗਏ ਹੋਣਗੇ ਨੈਕਸਟ ਅਸੀਂ ਚੱਲਾਂਗੇ ਅਨਮੋਲ ਲਿਪੀ ਰਾਹੀਂ ਪੰਜਾਬੀ ਵਿੱਚ ਟਾਈਪਿੰਗ ਅਨਮੋਲ ਲਿਪੀ ਵਿੱਚ ਜੋ ਟਾਈਪਿੰਗ ਕਰਨੀ ਹੈ ਬਹੁਤ ਹੀ ਆਸਾਨ ਹੁੰਦੀ ਹੈ ਉਸ ਲਈ ਵੀ ਤੁਹਾਨੂੰ ਜਿਹੜਾ ਵੈ ਜੋ ਕੀਬੋਰਡ ਦਾ ਲੇਆਊਟ ਹੈ ਉਸ ਨੂੰ ਯਾਦ ਰੱਖਣਾ ਪਵੇਗਾ ਹਾਂਜੀ ਵਿਦਿਆਰਥੀਓ ਅਸੀਂ ਕਿ ਆਪਣੀ ਸਕਰੀਨ ਤੇ ਦੇਖ ਰਹੇ ਹਾਂ ਕਿ ਅਨਮੋਲ ਲਿਪੀ ਕੀ ਮੈਪ ਸਾਨੂੰ ਨਜ਼ਰ ਆ ਰਿਹਾ ਹੈ ਅਨਮੋਲ ਲਿਪੀ ਕੀ ਮੈਪ ਦੀ ਮਦਦ ਦੇ ਨਾਲ ਅਸੀਂ ਪੰਜਾਬੀ ਦੇ ਵਿੱਚ ਆਸਾਨੀ ਨਾਲ ਟਾਈਪ ਕਰ ਸਕਦੇ ਹਾਂ ਪਿਆਰੇ ਵਿਦਿਆਰਥੀਓ ਤੁਸੀਂ ਜਿਹੜਾ ਹੋਮ ਰੋ ਦੇ ਪੈਟਰਨ ਨੂੰ ਨਹੀਂ ਭੁੱਲਣਾ ਹੋਮ ਰੋ ਦੇ ਪੈਟਰਨ ਦੇ ਆਧਾਰ ਦੇ ਉੱਤੇ ਹੀ ਅਸੀਂ ਅਨਮੋਲ ਲਿਪੀ ਵਿੱਚ ਟਾਈਪ ਕਰਨਾ ਹੈ ਤੁਸੀਂ ਦੇਖ ਰਹੇ ਹੋ ਕਿ ਹਰ ਇੱਕ ਬਟਨ ਦੇ ਉੱਤੇ ਕੁਝ ਕਰੈਕਟਰ ਜਿਹੜੇ ਨੇ ਪੰਜਾਬੀ ਦੇ ਲਿਖੇ ਹੋਏ ਹਨ ਜਿਵੇਂ ਊੜਾ ਐੜਾ A ਜਿਹੜਾ ਬਟਨ ਹੈ ਉਸ ਨਾਲ ਊੜਾ ਐੜਾ S ਨਾਲ ਸੱਸਾ ਅਤੇ ਸੱਸੇ ਪੈਰ ਬਿੰਦੀ ਛੱਛਾ ਇਸ ਤਰ੍ਹਾਂ ਦੇ ਸਾਰੇ ਜਿਹੜੇ ਹੈ ਉਹ ਲਿਖੇ ਹੋਏ ਹਨ ਤੇ ਅਸੀਂ ਕੀ ਕਰਨਾ ਹੈ ਇਸ ਨੂੰ ਯਾਦ ਰੱਖਣਾ ਹੈ ਤੁਹਾਨੂੰ ਇੱਕ ਵਾਰੀ ਯਾਦ ਰੱਖਣ ਦੀ ਲੋੜ ਹੈ ਉਸ ਤੋਂ ਬਾਅਦ ਤੁਸੀਂ ਆਪਣੀ ਜਿਹੜੀ ਹੈ ਟਾਈਪਿੰਗ ਆਸਾਨੀ ਨਾਲ ਕਰ ਸਕਦੇ ਹੋ ਕੀਬੋਰਡ ਨੂੰ ਦੇਖੇ ਬਿਨਾਂ ਅਨਮੋਲ ਲਿਪੀ 'ਚ ਟਾਈਪਿੰਗ ਕਰਨਾ ਇਸ ਲਈ ਆਸਾਨ ਮੰਨਿਆ ਜਾਂਦਾ ਹੈ ਕਿਉਂਕਿ ਇਸ ਦੇ ਜਿਹੜੇ ਅੱਖਰ ਨੇ ਉਹ ਜਿਵੇਂ ਮੈਂ ਉਦਾਹਰਨ ਵਜੋਂ ਤੁਸੀਂ ਦੇਖ ਵੀ ਰਹੇ ਹੋ ਕਿ ਜਿਵੇਂ ਮੰਨ ਲਓ ਮੈਂ K ਦੀ ਗੱਲ ਕਰਾਂ K ਕ ਤੇ ਖ ਦੋ ਦੀ ਆਵਾਜ਼ ਕੱਢ ਰਿਹਾ ਹੈ ਤਾਂ ਇਟ ਮੀਨਸ ਇਸੇ ਤਰ੍ਹਾਂ ਹੀ L ਹੈ L ਲ ਦੀ ਹੈ P ਪ ਤੇ ਫ ਦੀ ਹੈ ਅਗਰ O ਦੀ ਗੱਲ ਕਰੀਏ ਤਾਂ ਹੋੜਾ ਤੇ ਘਨੋੜਾ ਇਸੇ ਤਰ੍ਹਾਂ ਹੀ I ਜਿਹੜਾ ਵੈ ਉਹ ਸਿਹਾਰੀ ਅਤੇ ਬਿਹਾਰੀ ਦੀ ਇਸ ਤਰ੍ਹਾਂ ਕੀ ਕਰ ਸਕਦੇ ਹਾਂ ਅਸੀਂ ਅਨਮੋਲ ਲਿਪੀ ਦੇ ਵਿੱਚ ਟਾਈਪ ਕਰ ਸਕਦੇ ਹਾਂ ਤੁਸੀਂ ਅਨਮੋਲ ਲਿਪੀ ਦੇ ਵਿੱਚ ਕਿਵੇਂ ਟਾਈਪ ਕਰ ਸਕਦੇ ਹੋ ਇਸ ਨੂੰ ਪ੍ਰੈਕਟੀਕਲੀ ਦੇਖਦੇ ਹਾਂ ਅਸੀਂ ਕਰਨਾ ਕੀ ਹੈ ਕਿ ਕੋਈ ਵੀ ਜਿਹੜਾ ਸੌਫਟਵੇਅਰ ਹੈ ਵਰਡਪੈਡ ਨੋਟਪੈਡ ਜਾਂ MS ਵਰਡ ਉਹਨੂੰ ਓਪਨ ਕਰ ਲੈਣਾ ਹੈ ਕਰਨ ਤੋਂ ਬਾਅਦ ਇਸ ਵਿੱਚ ਆਪਾਂ ਆਪਣਾ ਅਨਮੋਲ ਲਿਪੀ ਕੀਬੋਰਡ ਚੁਣ ਲੈਣਾ ਅਨਮੋਲ ਲਿਪੀ ਅਸੀਂ ਸਿਲੈਕਟ ਕਰ ਲਿਆ ਸੌਰੀ ਫੌਂਟ ਉਸ ਤੋਂ ਬਾਅਦ ਅਸੀਂ ਕੀ ਕਰ ਸਕਦੇ ਹਾਂ ਮੰਨ ਲਓ ਮੈਂ ਲਿਖਣਾ ਹੈ ਸੇਵਾ ਵਿਖੇ ਤੁਸੀਂ ਦੇਖ ਰਹੇ ਹੋ ਕਿ ਮੈਂ ਜਿਹੜਾ ਵੈ ਆਪਣੀ ਸਕਰੀਨ ਦੇ ਉੱਤੇ
ਸੇਵਾ ਵਿਖੇ ਲਿਖ ਲਿਆ ਬੜੀ ਆਸਾਨੀ ਦੇ ਨਾਲ। ਅਸੀਂ ਕੀ ਕਰ ਸਕਦੇ ਹਾਂ, ਇਸ ਤਰ੍ਹਾਂ ਕੋਈ ਵੀ ਐਪਲੀਕੇਸ਼ਨ ਟਾਈਪ ਕਰ ਸਕਦੇ ਹਾਂ। ਤੁਸੀਂ ਦੇਖ ਰਹੇ ਹੋ ਕਿ ਕਿੰਨੀ ਸਪੀਡ ਦੇ ਨਾਲ ਅਸੀਂ ਇਸ ਨੂੰ ਟਾਈਪ ਕਰ ਲਿਆ ਹੈ। ਤੇ ਵਿਦਿਆਰਥੀਓ, ਤੁਸੀਂ ਵੀ ਇਸੇ ਤਰ੍ਹਾਂ ਹੀ ਸਪੀਡ ਦੇ ਨਾਲ ਟਾਈਪ ਕਰ ਸਕਦੇ ਹੋ, ਪਰ ਇਸ ਦੇ ਲਈ ਤੁਹਾਨੂੰ ਜਿਹੜੀ ਹੈ ਅੱਖਰਾਂ ਦੇ ਜਿਹੜੇ ਪੈਟਰਨ ਹੈ ਕਿ ਕਿਹੜੇ ਬਟਨ ਤੇ ਕਿਹੜਾ ਅੱਖਰ ਆਉਂਦਾ ਹੈ, ਉਹ ਇੰਗਲਿਸ਼ ਦਾ ਵੀ ਅਤੇ ਪੰਜਾਬੀ ਦਾ ਵੀ, ਉਹ ਤੁਹਾਨੂੰ ਯਾਦ ਰੱਖਣਾ ਪਵੇਗਾ। ਹੁਣ ਵਿਦਿਆਰਥੀਓ, ਅੱਗੇ ਅਸੀਂ ਸਮਝਾਂਗੇ ਕਿ ਟਾਈਪਿੰਗ ਸਪੀਡ ਵਧਾਉਣ ਲਈ ਅਸੀਂ ਕੀ ਕਰ ਸਕਦੇ ਹਾਂ। ਸਭ ਤੋਂ ਪਹਿਲਾਂ ਕਿ ਆਪਣੀ ਜਿਹੜੀ ਉਂਗਲਾਂ ਦੀ ਸਥਿਤੀ ਉਹ ਹਮੇਸ਼ਾ ਹੋਮ ਰੋ ਉੱਤੇ ਹੀ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਉਸਦੀ ਪੋਜੀਸ਼ਨ ਤੁਸੀਂ ਚੇਂਜ ਨਹੀਂ ਕਰਨੀ। ਦੂਸਰੀ ਗੱਲ, ਸਾਨੂੰ ਰਫਤਾਰ ਨਾਲੋਂ ਆਪਣਾ ਧਿਆਨ ਸਹੀ ਕੀ ਦਬਾਉਣ ਉੱਤੇ ਵੱਧ ਰੱਖਣਾ ਚਾਹੀਦਾ ਹੈ। ਜਦੋਂ ਤੁਸੀਂ ਆਪਣਾ ਧਿਆਨ ਸਹੀ ਬਟਨ ਦਬਾਉਣ ਉੱਤੇ ਰੱਖੋਗੇ ਤਾਂ ਤੁਹਾਡੀ ਸਪੀਡ ਆਟੋਮੈਟਿਕਲੀ ਹੀ ਵੱਧ ਜਾਵੇਗੀ। ਨੈਕਸਟ ਹੈ, ਕੀਬੋਰਡ ਉੱਤੇ ਨਾ ਦੇਖੋ। ਵਿਦਿਆਰਥੀਓ, ਮੈਂ ਤੁਹਾਨੂੰ ਆਪਣਾ ਪਰਸਨਲ ਐਕਸਪੀਰੀਅੰਸ ਦੱਸਣਾ ਚਾਹੁੰਦਾ ਹਾਂ ਕਿ ਜੇ ਮੈਂ ਕੀਬੋਰਡ ਦੇਖ ਕੇ ਟਾਈਪ ਕਰਦਾ ਹਾਂ ਤਾਂ ਮੇਰੀ ਸਪੀਡ ਘੱਟ ਜਾਂਦੀ ਹੈ, ਤੇ ਜੇ ਮੈਂ ਕੀਬੋਰਡ ਉੱਤੇ ਨਹੀਂ ਦੇਖਦਾ ਤੇ ਆਪਣੀ ਉਂਗਲਾਂ ਦੀ ਸਥਿਤੀ ਨੂੰ ਸਹੀ ਰੱਖ ਕੇ ਟਾਈਪ ਕਰਦਾ ਹਾਂ ਤੇ ਮੇਰੀ ਸਪੀਡ ਵੱਧ ਜਾਂਦੀ। ਤੁਹਾਡੀ ਵੀ ਸਪੀਡ ਵੱਧ ਜਾਵੇਗੀ ਜੇ ਤੁਸੀਂ ਇਸ ਪੈਟਰਨ ਨੂੰ ਫੋਲੋ ਕਰੋਗੇ। ਦੂਸਰੀ ਗੱਲ, ਚੌਥਾ ਪੁਆਇੰਟ ਹੈ, ਲਗਾਤਾਰ ਆਰਾਮ ਨਾਲ ਅਤੇ ਸਹੀ ਟਾਈਪ ਕਰਨ ਵੱਲ ਧਿਆਨ ਰੱਖੋ। ਨੈਕਸਟ ਹੈ, ਜਿਵੇਂ ਅਸੀਂ ਹਰ ਇੱਕ ਕੀ ਨੂੰ ਦਬਾਉਂਦੇ ਹਾਂ, ਸਾਨੂੰ ਉਹ ਅੱਖਰ ਆਪਣੇ ਮਨ ਵਿੱਚ ਦੁਹਰਾਉਣਾ ਚਾਹੀਦਾ ਹੈ। ਇਹ ਕਦੋਂ ਕਰਨਾ ਚਾਹੀਦਾ ਹੈ? ਜਿਹੜਾ ਪੰਜਵਾਂ ਪੁਆਇੰਟ ਹੈ, ਉਹ ਉਦੋਂ ਕਰਨਾ ਚਾਹੀਦਾ ਹੈ ਜਦੋਂ ਤੁਸੀਂ ਟਾਈਪਿੰਗ ਸਿੱਖ ਰਹੇ ਹੋ। ਜਦੋਂ ਤੁਸੀਂ ਟਾਈਪਿੰਗ ਸਿੱਖ ਰਹੇ ਹੋ ਉਦੋਂ ਤੁਹਾਨੂੰ ਹਰ ਇੱਕ ਬਟਨ ਦਬਾਉਂਦੇ ਸਮੇਂ ਤੁਹਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਮੈਂ ਕਿਹੜੀ ਫਿੰਗਰ ਦੇ ਨਾਲ, ਕਿਹੜੀ ਉਂਗਲ ਦੇ ਨਾਲ ਕਿਹੜਾ ਬਟਨ ਪ੍ਰੈਸ ਕੀਤਾ ਹੈ, ਤੇ ਉਸ ਬਟਨ ਨੂੰ ਤੁਸੀਂ ਯਾਦ ਰੱਖਣਾ ਹੈ ਅਨਮੋਲ ਲਿਪੀ ਦੇ ਅਨੁਸਾਰ ਵੀ ਅਤੇ ਇੰਗਲਿਸ਼ ਦੇ ਅਨੁਸਾਰ ਵੀ। ਨੈਕਸਟ ਹੈ, ਸਾਡੇ ਬੈਠਣ ਦਾ ਤਰੀਕਾ। ਤੁਸੀਂ ਤਸਵੀਰ ਦੇਖ ਰਹੇ ਹੋ, ਇਸ ਤਸਵੀਰ 'ਚ ਅਗਰ ਦੇਖਿਆ ਜਾਵੇ ਤਾਂ ਜੋ ਲੜਕੀ ਟਾਈਪ ਕਰ ਰਹੀ ਹੈ ਉਸਨੇ ਆਪਣੀ ਪੋਜੀਸ਼ਨ ਜਿਹੜੀ ਹੈ ਕਿਸ ਤਰ੍ਹਾਂ ਰੱਖੀ ਹੈ। ਤੁਸੀਂ ਵਿਦਿਆਰਥੀਓ ਬੈਠਣ ਵੇਲੇ, ਟਾਈਪ ਕਰਨ ਵੇਲੇ ਤੁਸੀਂ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਤੁਸੀਂ ਆਪਣੀ ਪੋਜੀਸ਼ਨ ਜਿਹੜੀ ਹੈ ਬਿਲਕੁਲ ਸਟੇਟ ਰੱਖਣੀ ਹੈ। ਜੇ ਤੁਸੀਂ ਇਸ ਤਰ੍ਹਾਂ ਨਹੀਂ ਕਰੋਗੇ ਤਾਂ ਵਿਦਿਆਰਥੀਓ ਤੁਹਾਡੇ ਜਿਹੜੀ ਹੈ ਬੈਕ ਦੀ ਪ੍ਰੋਬਲਮ ਆ ਸਕਦੀ ਹੈ। ਤੁਸੀਂ ਆਪਣੇ ਪੈਰ ਜਿਹੜੇ ਹੈ ਬਿਲਕੁਲ ਸਟੇਟ ਰੱਖਣੇ ਹਨ 90 ਡਿਗਰੀ ਦੇ ਐਂਗਲ ਨਾਲ, ਸੋ ਦੈਟ ਕਿ ਤੁਹਾਡੀ ਜਿਹੜੀ ਹੈ ਇੱਕਦਮ ਸਟੇਟ ਪੋਜੀਸ਼ਨ ਹੋਵੇ। ਚੇਅਰ ਤੇ ਜਦੋਂ ਤੁਸੀਂ ਬੈਠੇ ਹੋ ਤਾਂ ਤੁਹਾਡੀ ਜਿਹੜੀ ਬੈਕ ਦੀ ਪੋਜੀਸ਼ਨ ਜਿਸ ਤਰ੍ਹਾਂ ਤਸਵੀਰ ਵਿੱਚ ਦਿਖਾਈ ਗਈ ਹੈ ਉਸੇ ਤਰ੍ਹਾਂ ਹੀ ਹੋਣੀ ਚਾਹੀਦੀ ਹੈ। ਅਗਰ ਤੁਸੀਂ ਇਸ ਚੀਜ਼ ਨੂੰ ਫੋਲੋ ਨਹੀਂ ਕਰੋਗੇ ਤਾਂ ਲੰਬੇ ਸਮੇਂ ਦੇ ਵਿੱਚ ਤੁਸੀਂ ਅਗਰ ਟਾਈਪ ਕਰਦੇ ਰਹੋਗੇ ਤਾਂ ਤੁਹਾਡੇ ਜਿਹੜੀ ਹੈ ਬੈਕ ਦੀ ਪ੍ਰੋਬਲਮ, ਨੈਕ ਦੀ ਪ੍ਰੋਬਲਮ, ਸਰਵਾਈਕਲ, ਇਸ ਤਰ੍ਹਾਂ ਦੀਆਂ ਕੁਝ ਗੰਭੀਰ ਪ੍ਰੋਬਲਮਸ ਆ ਸਕਦੀਆਂ। ਨੈਕਸਟ ਜਿਹੜੇ ਆ ਜਿਵੇਂ ਪੁਆਇੰਟ ਦਿੱਤੇ ਹੋਏ ਨੇ, ਸਾਡੀ ਨਜ਼ਰ ਮੋਨੀਟਰ ਉੱਤੇ ਜਾਂ ਕਾਪੀ ਉੱਤੇ ਹੋਣੀ ਚਾਹੀਦੀ ਹੈ। ਸਾਡੀਆਂ ਉਂਗਲਾਂ ਗੋਲਾਈ ਵਿੱਚ ਅਤੇ ਹੋਮ ਰੋ ਕੀ ਉੱਤੇ ਹੋਣੀਆਂ ਚਾਹੀਦੀਆਂ ਹਨ। ਇਹ ਮੈਂ ਪਹਿਲੇ ਹੀ ਦੱਸ ਚੁੱਕਾ ਹਾਂ। ਸਾਨੂੰ ਹਰ ਇੱਕ ਕੀ ਨੂੰ ਜਲਦੀ ਨਾਲ ਦਬਾ ਕੇ ਮੁੜ ਹੋਮ ਰੋ ਪੋਜੀਸ਼ਨ ਉੱਤੇ ਆਉਣਾ ਚਾਹੀਦਾ। ਜੇ ਅਸੀਂ ਇਹ ਪੈਟਰਨ ਫੋਲੋ ਕਰੀ ਜਾਵਾਂਗੇ ਤਾਂ ਸਾਡੀ ਟਾਈਪਿੰਗ ਸਪੀਡ ਵੱਧ ਜਾਵੇਗੀ। ਹੁਣ ਨੈਕਸਟ ਜਿਹੜਾ ਹੈ ਕਿ ਲਗਾਤਾਰ ਟਾਈਪਿੰਗ ਕਰਨ ਉਪਰੰਤ ਹੋਣ ਵਾਲੇ ਤਣਾਅ ਤੋਂ ਬਚਣ ਲਈ ਸੁਝਾਅ। ਹੁਣ ਸੁਝਾਅ ਕੀ ਹਨ? ਸਭ ਤੋਂ ਜਿਹੜਾ ਪ੍ਰੈਕਟੀਕਲੀ ਗੱਲ ਕੀਤੀ ਜਾਵੇ ਤਾਂ ਤੁਸੀਂ ਕੀ ਕਰਨਾ ਹੈ ਕਿ ਜਿਹੜੀ ਆਪਣੀ ਕੰਪਿਊਟਰ ਦੀ ਸਕਰੀਨ ਹੈ ਉਸਨੂੰ ਘੱਟੋ ਘੱਟ 2 ਫੁੱਟ ਦੂਰੀ ਉਹਦੀ ਹੋਣੀ ਚਾਹੀਦੀ ਹੈ। ਠੀਕ ਹੈ। ਉਸ ਤੋਂ ਬਾਅਦ ਜਦੋਂ ਤੁਸੀਂ ਕੁਰਸੀ ਤੇ ਬੈਠੇ ਹੋ ਤਾਂ ਤੁਹਾਡੇ ਜਿਹੜੀ ਹੈ ਪੋਜੀਸ਼ਨ ਜਿਸ ਤਰ੍ਹਾਂ ਤਸਵੀਰ 'ਚ ਦਿਖਾਈ ਗਈ ਸੀ, ਤੁਸੀਂ ਦੇਖ ਹੀ ਰਹੇ ਹੋ ਕਿ ਟਾਈਪ ਕਰਦੇ ਸਮੇਂ ਤੁਹਾਡੀ ਜਿਹੜੀ ਆ ਅੱਖਾਂ ਦੀ ਪੋਜੀਸ਼ਨ ਮੀਨਸ ਨੈਕ ਜਿਹੜੀ ਸਟੇਟ ਹੋਵੇ, ਤੁਹਾਡੀ ਜਿਹੜੀ ਕਮਰ ਹੈ ਉਹ ਸਟੇਟ ਹੋਵੇ। ਠੀਕ ਹੈ। ਪੈਰ ਜਿਹੜੇ ਆ ਉਹਦੀ ਪੋਜੀਸ਼ਨ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ, ਉਹ ਸਾਰਾ। ਇਸ ਤੋਂ ਇਲਾਵਾ ਜੇ ਤੁਸੀਂ ਕੋਈ ਪੋਜੀਸ਼ਨ ਫੋਲੋ ਕਰਦੇ ਹੋ ਤਾਂ ਰੋਂਗ ਹੈ। ਠੀਕ ਹੈ। ਬਿਲਕੁਲ ਢੋ ਲਾ ਕੇ ਨਹੀਂ ਬਹਿਣਾ ਪਿੱਛੇ ਕਰਕੇ, ਉਸ ਨਾਲ ਤੁਹਾਨੂੰ ਪ੍ਰੋਬਲਮ ਹੋ ਸਕਦੀ ਹੈ। ਤਾਂ ਵਿਦਿਆਰਥੀਓ, ਇਹ ਸੀ ਸਾਡਾ ਜਿਹੜਾ ਟੱਚ ਟਾਈਪਿੰਗ
ਹੁਣ ਤੁਹਾਡੇ ਲਈ ਜਿਹੜਾ ਸਭ ਤੋਂ ਇੰਪੋਰਟੈਂਟ ਸੁਝਾਅ ਕੀ ਹੈ, ਉਹ ਇਹ ਹੈ ਕਿ ਤੁਸੀਂ ਕੀ ਕਰਨਾ ਹੈ, ਸਾਰੇ ਵਿਦਿਆਰਥੀਆਂ ਨੇ ਇੱਕ ਚਾਰਟ ਲੈ ਲੈਣਾ ਹੈ, ਉਹਨੂੰ ਇਸ ਤਰ੍ਹਾਂ ਲੰਬੇ ਰੁੱਖ ਕਟਿੰਗ ਕਰ ਲੈਣੀ ਹੈ। ਤਾਂ ਸਾਰੇ ਵਿਦਿਆਰਥੀਆਂ ਨੇ ਕੀ ਕਰਨਾ ਹੈ, ਇਸ ਦਾ ਲੇਆਊਟ ਇੱਕ ਚਾਰਟ ਉੱਤੇ ਬਣਾ ਲੈਣਾ ਹੈ। ਜਿਸ ਤਰ੍ਹਾਂ ਪੈਟਰਨ ਬਣਿਆ ਹੈ ਉਸੇ ਤਰ੍ਹਾਂ ਦਾ ਹੀ ਪੈਟਰਨ ਬਣਾਉਣਾ ਹੈ। ਪੈਟਰਨ ਬਿਲਕੁਲ ਵੀ ਗਲਤ ਨਹੀਂ ਹੋਣਾ ਚਾਹੀਦਾ। ਤੇ ਉਸ ਤੋਂ ਬਾਅਦ ਤੁਸੀਂ ਕਰਨਾ ਕੀ ਹੈ, ਸਾਰੇ ਅਸੀਂ ਜਾਣਦੇ ਹਾਂ ਕਿ ਕਈ ਵਾਰ ਸਾਡੇ ਘਰ ਦੇ ਵਿੱਚ ਕੀਬੋਰਡ ਜਾਂ ਫਿਰ ਕਹਿ ਲਈਏ ਕਿ ਕੰਪਿਊਟਰ ਉਪਲਬਧ ਨਹੀਂ ਹੁੰਦਾ, ਤਾਂ ਫਿਰ ਵੀ ਅਸੀਂ ਜਿਹੜੀ ਹੈ ਟਾਈਪਿੰਗ ਸਿੱਖ ਸਕਦੇ ਹਾਂ। ਉਹ ਟਾਈਪਿੰਗ ਕਿਵੇਂ ਸਿੱਖ ਸਕਦੇ ਹਾਂ? ਅਸੀਂ ਕੀ ਕਰਨਾ ਹੈ ਕਿ ਆਪਣਾ ਪੂਰਾ ਇੱਕ ਚਾਰਟ ਪੇਪਰ ਤੇ ਜਿੰਨੀਆਂ ਕੁ ਉਂਗਲ ਵਾਸਤੇ ਬਾਕਸ ਦੀ ਜ਼ਰੂਰਤ ਹੈ, ਉਨੀ ਕੀ ਜਗ੍ਹਾ ਦਾ ਪੈਟਰਨ ਅਸੀਂ ਪੂਰਾ ਬਣਾ ਲੈਣਾ ਹੈ। ਅਨਮੋਲ ਲਿਪੀ ਕੀ ਮੈਪ ਤੁਸੀਂ ਬਣਾ ਲਓ, ਕਿਉਂਕਿ ਇਹਦੇ ਵਿੱਚ ਹੀ ਤੁਹਾਡੇ ASDF ਯਾਨੀ ਕਿ ਇੰਗਲਿਸ਼ ਵਾਲਾ ਪੈਟਰਨ ਵੀ ਆ ਜਾਵੇਗਾ। ਉਸ ਤੋਂ ਬਾਅਦ ਕੀ ਕਰਨਾ ਹੈ, ਜਿਸ ਤਰ੍ਹਾਂ ਤੁਹਾਨੂੰ ਵੀਡੀਓ ਵਿੱਚ ਸਮਝਾਇਆ ਗਿਆ ਹੈ ਉਸੇ ਤਰ੍ਹਾਂ ਹੀ ਤੁਸੀਂ ਇਸ ਪੈਟਰਨ ਨੂੰ ਫੋਲੋ ਕਰਨਾ ਹੈ। ਜਿਸ ਤਰ੍ਹਾਂ ਉਂਗਲਾਂ ਦੀ ਸਥਿਤੀ ਤੁਸੀਂ ਦੇਖ ਹੀ ਰਹੇ ਹੋ, ਤੁਸੀਂ ਆਪਣੇ ਘਰ ਬੈਠ ਕੇ ਇਹਦੀ ਪ੍ਰੈਕਟਿਸ ਕਰਨੀ ਹੈ। ਆਪਣੇ ਮਨ ਦੇ ਵਿੱਚ ਕੀ ਕਰਨਾ ਹੈ, ਜਿਹੜੇ ਅੱਖਰ ਨੇ, ਜਿਹੜੇ ਬਟਨ ਕਿਸ ਤਰ੍ਹਾਂ ਪ੍ਰੈਸ ਕਰਨੇ ਹਨ, ਉਸ ਨੂੰ ਬਾਰ-ਬਾਰ ਦੁਹਰਾਉਣਾ ਹੈ ਕਿ ਜਦੋਂ ਵੀ ਤੁਹਾਨੂੰ ਮੌਕਾ ਮਿਲੇ ਟਾਈਪਿੰਗ ਕਰਨ ਦਾ ਕੀਬੋਰਡ ਉੱਤੇ, ਤਾਂ ਤੁਸੀਂ ਆਸਾਨੀ ਨਾਲ ਟਾਈਪ ਕਰ ਸਕੋ। ਹੁਣ ਵਿਦਿਆਰਥੀਓ, ਕੁਝ ਅਭਿਆਸ ਐਕਸਰਸਾਈਜ਼ ਅਭਿਆਸ ਸਾਨੂੰ ਦਿੱਤੇ ਹੋਏ ਹਨ, ਨੀਚੇ ਮੈਂ ਤੁਹਾਨੂੰ ਦਿਖਾਉਣਾ ਹਾਂ। ਤੁਸੀਂ ਇਹ ਦੇਖ ਰਹੇ ਹੋ, ਇਹ ਵੀ ਇੱਕ ਡਾਇਗਰਾਮ ਬਹੁਤ ਹੀ ਵਧੀਆ ਬਣਿਆ ਹੋਇਆ ਹੈ। ਇਸ ਤੋਂ ਵੀ ਸਾਨੂੰ ਉਂਗਲਾਂ ਦੀ ਸਥਿਤੀ ਬਾਰੇ ਜਾਣਕਾਰੀ ਮਿਲ ਜਾਂਦੀ ਹੈ। ਤੁਸੀਂ ਦੇਖੋ ਕਿ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਹੈ, ਜਦੋਂ ਤੁਸੀਂ ਚਾਰਟ ਪੇਪਰ ਤੇ ਕੀਬੋਰਡ ਦਾ ਲੇਆਊਟ ਬਣਾ ਲਵੋਗੇ ਤਾਂ ਤੁਸੀਂ ASDF ਸੈਮੀਕੋਲਨ LKJH, ਇਸੇ ਤਰ੍ਹਾਂ ਹੀ ਸਪੇਸ ਬਾਰ, ਫਿਰ ASDFG ਸੈਮੀਕੋਲਨ LKJH, ਇਸ ਤਰ੍ਹਾਂ ਤੁਸੀਂ ਪ੍ਰੈਕਟਿਸ ਕਰਨੀ ਹੈ। ਜਦੋਂ ਅਭਿਆਸ ਇੱਕ ਕਰ ਲਵੋਗੇ, ਠੀਕ ਹੈ, ਤੁਸੀਂ ਕੀ ਕਰਨਾ ਹੈ, ਕਿਸੇ ਟੇਬਲ ਤੇ ਆਪਣਾ ਚਾਰਟ ਪੇਪਰ ਰੱਖ ਲੈਣਾ ਹੈ ਜਿਸ ਦੇ ਉੱਤੇ ਤੁਸੀਂ ਡਿਜ਼ਾਈਨ ਬਣਾਇਆ ਹੈ। ਉਸ ਤੋਂ ਬਾਅਦ ਤੁਸੀਂ ਕੀ ਕਰਨਾ ਹੈ, ਆਪਣੀਆਂ ਉਂਗਲਾਂ ਦੀ ਸਥਿਤੀ ਜਿਸ ਤਰ੍ਹਾਂ ਤੁਹਾਨੂੰ ਸਮਝਾਇਆ ਗਿਆ ਉਸ ਤਰ੍ਹਾਂ ਰੱਖ ਲੈਣੀ ਹੈ। ਤੇ ਅਭਿਆਸ 1 ਕਰਨ ਤੋਂ ਬਾਅਦ ਅਭਿਆਸ 2, ਅਭਿਆਸ 3, ਇਸੇ ਤਰ੍ਹਾਂ ਤੁਸੀਂ ਅਭਿਆਸ 4, ਇਹ ਸਾਰੀ ਪ੍ਰੈਕਟਿਸ ਕਰਨੀ ਹੈ। ਪ੍ਰੈਕਟਿਸ ਕਰਨ ਉਪਰੰਤ ਤੁਸੀਂ ਖੁਦ ਮਹਿਸੂਸ ਕਰੋਗੇ ਕਿ ਸਾਡੀ ਜਿਹੜੀ ਹੈ ਟਾਈਪਿੰਗ ਸਪੀਡ ਵੱਧ ਗਈ। ਉਮੀਦ ਹੈ ਕਿ ਤੁਹਾਨੂੰ ਮੇਰੇ ਦੁਆਰਾ ਦਿੱਤਾ ਗਿਆ ਇਹ ਜਿਹੜਾ ਪਾਠ 1 ਟਾਈਪਿੰਗ ਟਿਊਟਰ ਚੰਗਾ ਲੱਗਾ ਹੋਵੇਗਾ। ਬਾਕੀ ਸਾਰੇ ਵਿਦਿਆਰਥੀਆਂ ਨੂੰ ਵੀ ਇਸ ਬਾਰੇ ਅਸੀਂ ਜਾਣਕਾਰੀ ਦੇਣੀ ਹੈ, ਉਹਨਾਂ ਨੂੰ ਸਮਝਾਉਣਾ ਹੈ, ਇੱਕ ਦੂਜੇ ਦਾ ਸਾਥ ਦੇਣਾ ਹੈ। ਧੰਨਵਾਦ।